ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਰੇ ਅਨਰਾਗ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਗੁਰੂ ਜੀ ਕੀ ਵਿਘਨ ਵਿਨਾਸ਼ਨ ਸੋ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਪ੍ਰਾਤ ਹੋਤ ਤਿਆਰੀ ਕਰੋ, ਸੁਰਜੈ ਨ ਭਜਬੋ ਸਾਥ। ਦਰਸ਼ਨ ਤੇ ਆਨੰਦ ਹੋਏ, ਲਿਓ ਸੰਗ ਮੁਝ ਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਜੁਗੋ ਜੁਗ ਅਟਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਛੇਵੇਂ ਪਾਤਸ਼ਾਹ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ
ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨਾਂ ਦਾ ਆਗਾਜ਼ ਆਰੰਭਤਾ ਹੋਈ ਹੈ। ਔਰ ਆਪਾਂ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਸ਼ਾਮ ਵੇਲੇ ਸਤਿਗੁਰਾਂ ਦਾ ਜੀਵਨ ਇਤਿਹਾਸਕ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ, ਸਮਾਂ ਸਫਲ ਕਰਦੇ ਹਾਂ। ਗਰੀਬ ਨਿਵਾਜ ਬਖਸ਼ਿਸ਼ ਕਰਨ, ਇਕਾਗਰਤਾ ਦੇ ਨਾਲ ਭਾਵਨਾ ਸਹਿਤ ਸਤ ਸੰਗਤ ਦੇ ਵਿੱਚ ਹਾਜ਼ਰੀ ਭਰਨ ਦਾ ਬਲ ਬਖਸ਼ਿਸ਼ ਕਰਨ। ਆਓ ਇਤਿਹਾਸ ਦਾ ਜੋ ਪ੍ਰਸੰਗ ਹੈ ਉਸ ਨਾਲ ਜੁੜਦੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਤੋਂ ਤੀਸਰਾ ਜੰਗ ਜਿੱਤ ਕਰਕੇ ਵਾਪਸ ਆ ਰਹੇ ਹਨ। ਉੱਥੋਂ ਜੋ ਮਹਾਰਾਜ ਦਾ ਅਸਥਾਨ ਹੈ ਜਿੱਥੇ ਜੰਗ ਹੋਇਆ ਹੈ ਬਹੁਤ ਵੱਡਾ, 8 ਕੁ ਦਿਨ ਹੋ ਚੁੱਕੇ ਹਨ। ਰਾਏ ਜੋਧ ਸ਼ਾਹ ਸਲੀਮ ਸ਼ਾਹ ਨੇ ਬੇਨਤੀ ਕੀਤੀ। ਉਹਨਾਂ ਦੀ ਬੇਨਤੀ 'ਤੇ ਸਤਿਗੁਰੂ ਜੀ ਪਹਿਲਾਂ ਇੱਕ ਨਗਰ ਦੇ ਵਿੱਚ ਰੁਕੇ ਹਨ, ਨਿਥਾਣਾ ਨਗਰ। ਉੱਥੇ ਕਾਲੂ ਨਾਥ ਨੂੰ ਦਰਸ਼ਨ ਦੀਦਾਰੇ ਦੇ ਕਰਕੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਹੈ। ਫਿਰ ਰਾਏ ਜੋਧ ਸ਼ਾਹ ਦੀ ਬੇਨਤੀ ਦੇ ਅਨੁਸਾਰ ਗਰੀਬ ਨਿਵਾਜ ਸਤਿਗੁਰੂ ਜੀ ਕਾਂਗੜ ਨਗਰ ਵਿਖੇ ਪਹੁੰਚੇ ਹਨ। ਬਹੁਤ ਭਾਵਨਾ ਸਹਿਤ ਕਈ ਦਿਨ ਰਾਏ ਜੋਧ ਸ਼ਾਹ ਔਰ ਇਹਦੀ ਘਰਵਾਲੀ ਨੇ ਬੜੇ ਅਦਬ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਔਰ ਬਹੁਤ ਵੱਡਾ ਜਿਹੜਾ ਦਲ ਹੈ ਇਹਦੀ ਸੇਵਾ ਕੀਤੀ ਹੈ। ਜਿੱਥੇ ਕਈ ਤਰ੍ਹਾਂ ਦੇ ਪਦਾਰਥ ਪਾਤਸ਼ਾਹ ਜੀ ਵਾਸਤੇ, ਸੈਨਾ ਵਾਸਤੇ ਤਿਆਰ ਕੀਤੇ ਜਾਂਦੇ ਹਨ, ਉੱਥੇ ਨਾਲ ਹੀ ਘੋੜਿਆਂ ਦੇ ਚਾਰੇ ਦਾ, ਦਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤੇ ਇੱਕ ਦਿਨ ਰਾਏ ਜੋਧ ਸ਼ਾਹ ਨੇ ਬੇਨਤੀ ਕੀਤੀ ਹੈ, ਪਾਤਸ਼ਾਹ ਬੇਨਤੀ ਹੈ ਤੁਸੀਂ ਘਰ ਦੇ ਵਿੱਚ ਵੀ ਜਾ ਕਰਕੇ ਚਰਨ ਪਾਓ। ਨਗਰ ਤੋਂ ਬਾਹਰ ਤਾਂ ਕਈ ਦਿਨ ਹੋ ਗਏ ਹਨ, ਸਾਡੀ ਇੱਛਾ ਹੈ ਦਾਸ ਦੇ ਘਰ ਦੇ ਵਿੱਚ ਚਰਨ ਪਾ ਕਰਕੇ ਘਰ ਨੂੰ ਪਵਿੱਤਰ ਕਰੋ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਹੈ, ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਤੇ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ। ਰਾਏ ਜੋਧ ਸ਼ਾਹ ਦੇ ਘਰ ਦੇ ਵਿੱਚ ਲਿਜਾ ਕਰਕੇ ਬੜੀ ਉਹਨਾਂ ਨੇ ਸੇਵਾ ਕੀਤੀ। ਰਾਏ ਜੋਧ ਸ਼ਾਹ ਔਰ ਉਹਦੀ ਪਤਨੀ ਨੇ ਖਿਆਲ ਕਰਨਾ। ਰਾਏ ਜੋਧ ਸ਼ਾਹ ਬਹੁਤ ਵੱਡਾ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੈਨਾਪਤੀ ਹੈ, ਜਿਹਨੇ ਪਿਛਲੀ ਜੰਗ ਦੇ ਵਿੱਚ ਵੱਡਾ ਮੁਕਾਬਲਾ ਕੀਤਾ ਹੈ। ਸਮਾਂ ਭਾਵੇਂ ਦੇ ਚਰਨਾਂ ਦੇ ਨਾਲ ਜੁੜਿਆ, ਪਰ ਬਹੁਤ ਵੱਡਾ ਪ੍ਰੇਮ ਬਣ ਗਿਆ ਹੈ। ਕਈ ਦਿਨ ਨਗਰ ਦੇ ਵਿੱਚ ਰੱਖ ਕੇ ਪਾਤਸ਼ਾਹ ਜੀ ਨੂੰ ਸੇਵਾ ਕੀ, ਸਤਿਗੁਰਾਂ ਦੀ ਸੇਵਾ ਕੀਤੀ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕਰਕੇ ਇਹਨਾਂ ਨੂੰ ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਹੁਕਮ ਕੀਤਾ ਹੈ। ਇਹ ਰਾਏ ਜੋਧ ਸ਼ਾਹ ਅੰਮ੍ਰਿਤ ਵੇਲੇ ਜਾਗ ਕੇ ਤੇ ਸੱਚਾ ਜਿਹੜਾ ਪਰਮੇਸ਼ਰ ਦਾ ਨਾਮ ਹੈ, ਜੋ ਗਰੀਬ ਨਿਵਾਜ ਸਤਿਗੁਰਾਂ ਨੇ ਹੁਕਮ ਕੀਤਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਾਸੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਵਚਨ ਕੀਤਾ ਮਾਲਕ ਦੇ ਚਰਨਾਂ ਦੇ ਨਾਲ ਜੁੜੋ, ਸਿਮਰਨ ਕਰੋ। ਇਹ ਜਿਹੜੇ ਪਦਾਰਥ ਹਨ ਸੰਸਾਰ ਦੇ, ਇਹਨਾਂ ਦੇ ਨਾਲ ਮੋਹ ਨਹੀਂ ਕਰਨਾ, ਪਿਆਰ ਪਰਮੇਸ਼ਰ ਦੇ ਨਾਲ ਹੋਵੇ। ਇਹ ਸਾਰਾ ਕੁਝ ਗੁਜਰਾਨ ਹੈ। ਔਰ ਪਾਤਸ਼ਾਹ ਜੀ ਨੇ ਬਚਨ ਕੀਤਾ, ਲੰਮੇ ਸਮੇਂ ਬਾਅਦ ਜਾ ਕਰਕੇ ਆ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ। ਆਤਮਾ ਅਟਲ ਹੈ, ਸਰੀਰ ਜਿਹੜਾ ਇਹ ਬਿਨਸਨਹਾਰ ਹੈ। ਪਹਿਲਾਂ ਵੀ ਕਈ ਸਰੀਰ ਸਾਨੂੰ ਮਿਲੇ ਹਨ, ਬੇਅੰਤ ਸਰੀਰ ਪਹਿਲਾਂ ਭੋਗੇ,
ਚਿਰਾਂ ਤੋਂ ਬਾਅਦ ਜਾ ਕਰਕੇ ਆ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪਦਾਰਥਾਂ ਦੇ ਵਿੱਚ ਪੈ ਕਰਕੇ ਰਾਤ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਦਿਨ ਅਤੇ ਰਾਤ ਬਤੀਤ ਕਰ ਦਿੱਤੀ, ਮਾਲਕ ਨੂੰ ਜਪਿਆ ਨਹੀਂ, ਧਿਆਨ ਮਾਲਕ ਦੇ ਚਰਨਾਂ ਦੇ ਨਾਲ ਜੋੜਿਆ ਨਹੀਂ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਰਾਏ ਜੋਧ ਸ਼ਾਹ ਔਰ ਉਹਦੀ ਪਤਨੀ ਦੇ ਨਾਲ ਵਚਨ ਵਿਲਾਸ ਕਰਦਿਆਂ ਹੋਇਆਂ ਉਪਦੇਸ਼ ਦਿੱਤਾ ਹੈ ਕਿ ਭਾਈ ਸਰੀਰ ਬੜੇ ਹਨ, ਪਰ ਆ ਜਿਹੜਾ ਮਨੁੱਖਾ ਸਰੀਰ ਵਾਲਾ ਇੱਕ ਮੌਕਾ ਹੈ, ਇੱਕ ਅਵਸਰ ਹੈ, ਅਤੇ ਜਿਨ੍ਹਾਂ ਨੇ ਸਾਂਭ ਲਿਆ ਉਹ ਤਰ ਜਾਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਅਤੇ ਕਈ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਪਸ਼ੂਆਂ ਵਾਂਗ ਹੀ ਜੀਵਨ ਬਤੀਤ ਕਰਕੇ ਚਲੇ ਜਾਂਦੇ। ਇਸ ਕਰਕੇ ਇਹ ਦੁਰਲੱਭ ਜਿਹੜਾ ਸਰੀਰ ਹੈ ਜੋ ਸਾਨੂੰ ਪ੍ਰਾਪਤ ਹੋਇਆ ਹੈ, ਇਹਦੇ ਵਿੱਚ ਮਨੁੱਖਤਾ ਦਾ ਭਲਾ ਕਰਕੇ, ਸੇਵਾ ਔਰ ਸਿਮਰਨ ਕਰਕੇ, ਵੱਡੇ ਗੁਣ ਧਾਰਨ ਕਰਕੇ ਇਸ ਸਰੀਰ ਨੂੰ ਸਫਲਾ ਕਰੋ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਬੰਦਗੀ ਕਰਨ ਦਾ, ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਆ ਹੈ ਔਰ ਉਹਨਾਂ ਨੂੰ ਆਤਮਿਕ ਗਿਆਨ ਗਰੀਬ ਨਿਵਾਜ ਨੇ ਕਈ ਵਚਨ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕੀਤੇ ਹਨ, ਜਿਹੜੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੱਸੇ ਔਰ ਸਿਮਰਨ ਦੇ ਵਿੱਚ ਉਹਨਾਂ ਦਾ ਧਿਆਨ, ਉਹਨਾਂ ਦੀ ਬਿਰਤੀ ਜੋੜੀ ਹੈ, ਗਿਆਨ ਬਖਸ਼ਿਆ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਐਸਾ ਹੈ, ਇੱਕ ਮਨੁੱਖ ਤੋਂ ਦੇਵਤੇ ਬਣਾਉਣ ਲੱਗਿਆਂ ਬਹੁਤਾ ਸਮਾਂ ਨਹੀਂ ਲਾਉਂਦਾ, ਝੱਟ ਹੀ ਸਤਿਗੁਰੂ ਜੀ ਤਾਰ ਦਿੰਦਾ ਹੈ। ਪਾਤਸ਼ਾਹ ਜੀ ਜੀਵਨ ਸਫਲ ਕਰ ਦਿੰਦੇ ਹਨ। ਆਓ ਬੇਅੰਤ ਉਪਦੇਸ਼ ਸਤਿਗੁਰਾਂ ਨੇ ਉਹਨਾਂ ਨੂੰ, ਬੇਅੰਤ ਸੰਗਤਾਂ ਨੂੰ ਬਖਸ਼ਿਆ ਹੈ। ਅਤੇ ਕਾਂਗੜ ਪਿੰਡ ਤੋਂ ਹੁਣ ਪਾਤਸ਼ਾਹ ਜੀ ਤਿਆਰੀ ਕਰਨ ਲੱਗੇ ਹਨ। ਅੱਗੇ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਕਿਵੇਂ ਵਿਚਰਦੇ ਹਨ, ਆਓ ਭਾਵਨਾ ਸਹਿਤ ਇਤਿਹਾਸ ਸਰਵਣ ਕਰਦੇ ਹਾਂ। ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਅਦਬ ਸਤਿਕਾਰ ਸਹਿਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਤਹੁ ਤਿਆਰੀ ਕਰੋ, ਰੁਚੈ ਨ ਤਜਬੋ ਸਾਥ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕੀਤਾ, ਰਾਏ ਜੋਧ ਸਾਥ ਸੁਣਤ ਜੋਧ ਕਹਿ ਜੋਰ ਕਰ ਲਖੋ ਆਪਣੇ ਦਾਸ। ਰਾਏ ਜੋਧ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਹੁਣ ਸਾਨੂੰ ਪੱਕੇ ਹੀ ਆਪਣੇ ਚਰਨਾਂ ਦੇ ਨਾਲ ਜੋੜ ਲਓ, ਨਿਹਾਲ ਕਰੋ, ਸਾਥੀ ਬਣਾ ਲਓ, ਦਾਸ ਬਣਾ ਲਓ। ਰਾਖੋ ਲਾਜ ਨਿਜ ਨਾਮ ਕੀ ਕੀਜੈ ਸਮਤ ਪ੍ਰਕਾਸ਼। ਹੇ ਪਾਤਸ਼ਾਹ ਸਮਤ ਦਿਓ, ਸੁਮਤ ਭਾਵ ਸ੍ਰੇਸ਼ਟ ਮਤ, ਸ੍ਰੇਸ਼ਟ ਗਿਆਨ, ਸ੍ਰੇਸ਼ਟ ਸੋਝੀ ਬਖਸ਼ੋ, ਪਰਉਪਕਾਰ ਵਾਲੀ ਬਿਰਤੀ ਬਖਸ਼ੋ। ਅਤੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਜਿਸ ਤਰ੍ਹਾਂ ਦਾ ਤੁਸੀਂ ਉਪਦੇਸ਼ ਬਖਸ਼ਿਆ ਹੈ, ਕਿਰਪਾ ਕਰੋ ਉਸੇ ਤਰ੍ਹਾਂ ਦਾ ਸਾਡਾ ਕਿਤੇ ਜੀਵਨ ਬਣ ਜਾਵੇ, ਉਸੇ ਤਰ੍ਹਾਂ ਦੇ ਰੰਗ ਦੇ ਵਿੱਚ ਅਸੀਂ ਰੰਗੇ ਜਾਈਏ। ਹੇ ਗਰੀਬ ਨਿਵਾਜ ਮਿਹਰ ਕਰੋ, ਕਿਰਪਾ ਕਰੋ, ਸਾਨੂੰ ਵੀ ਭਗਤੀ ਦਾ ਰੰਗ ਚੜ੍ਹੇ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ 'ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਪ੍ਰਾਤ ਹੋਤ ਤਿਆਰੀ ਕਰੋ, ਰੁਚ ਹੈ ਨਾ ਤਜਬੋ ਸਾਥ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਹੁਣ ਭਾਈ ਅਸੀਂ ਚਲੇ ਜਾਣਾ ਹੈ। ਅਤੇ ਰਾਏ ਜੋਧ ਸ਼ਾਹ ਨੇ ਆਖਿਆ, ਕਹਿਣ ਲੱਗੇ, ਪਾਤਸ਼ਾਹ ਸਾਡੀ ਇੱਛਾ ਤਾਂ ਨਹੀਂ ਹੈ ਤੁਹਾਡਾ ਸਾਥ ਛੱਡਣ ਦੀ। ਗਰੀਬ ਨਿਵਾਜ ਮਨ ਨਹੀਂ ਕਰਦਾ। ਰੁਚੇ ਨਾ ਤਜਬੋ ਸਾਥ, ਮਨ ਰੁਚੀ ਨਹੀਂ ਹੈ ਕਿ ਤੁਹਾਡਾ ਸਾਥ ਛੱਡਿਆ ਜਾਵੇ, ਮਨ ਕਰਦਾ ਹੈ ਹਮੇਸ਼ਾ ਤੁਹਾਡੇ ਨਾਲ ਰਹੀਏ। ਪਰ ਜੈਸੀ ਆਪ ਜੀ ਦੀ ਆਗਿਆ ਹੈ, ਤੁਹਾਡਾ ਜਿਸ ਤਰ੍ਹਾਂ ਦੀ ਇੱਛਾ ਹੈ, ਉਹਦੇ ਮੁਤਾਬਕ ਅੰਮ੍ਰਿਤ ਵੇਲੇ ਜੇ ਤਿਆਰੀ ਕਰਨੀ ਹੈ ਤੇ ਸਾਰਾ ਪ੍ਰਬੰਧ ਹੋ ਜਾਏਗਾ। ਦਰਸ਼ਨ ਤੇ ਆਨੰਦ ਹੋਏ, ਲਿਵ ਸੰਗ ਮੁਝ ਨਾਥ। ਤੇ ਪਾਤਸ਼ਾਹ ਇੱਕ ਬੇਨਤੀ ਹੈ, ਤੁਹਾਡੇ ਦਰਸ਼ਨਾਂ ਦੇ ਵਿੱਚ ਆਨੰਦ ਬੜਾ ਹੈ,
ਬੜਾ ਆਨੰਦ ਕਈ ਦਿਨਾਂ ਤੋਂ ਪ੍ਰਾਪਤ ਹੋ ਰਿਹਾ ਹੈ। ਦਿਲ ਨਹੀਂ ਕਰਦਾ ਤੁਹਾਡੇ ਤੋਂ ਦੂਰ ਹੋਵਾਂ। ਤੇ ਸਤਿਗੁਰੂ ਜੀ ਇੱਕ ਬੇਨਤੀ ਹੈ, ਜੇ ਤੁਸੀਂ ਜਾਣਾ ਹੀ ਹੈ ਤੇ ਮੈਨੂੰ ਵੀ ਨਾਲ ਹੀ ਲੈ ਚੱਲੋ। ਕਹਿਣ ਲੱਗਾ ਪਾਤਸ਼ਾਹ ਜੀ ਗਰੀਬ ਨਿਵਾਜ ਆਪ ਬਖਸ਼ਿਸ਼ ਕਰੋ। ਦਰਸ਼ਨ ਤੇ ਆਨੰਦ ਹੋਏ। ਦਰਸ਼ਨਾਂ ਦੇ ਵਿੱਚੋਂ ਇਤਨਾ ਕੋ ਆਨੰਦ ਪ੍ਰਾਪਤ ਹੋਇਆ ਹੈ। ਲੇਹੋ ਸੰਗ ਮੁਝ ਨਾਥ, ਹੇ ਨਾਥ, ਹੇ ਕਿਰਪਾ ਨਿਧਾਨ ਪਾਤਸ਼ਾਹ, ਮਨ ਕਰਦਾ ਮੈਂ ਤੁਹਾਡੇ ਨਾਲ ਹੀ ਚੱਲਾਂ। ਹੁਣ ਪ੍ਰਸੰਨ ਹਵੈ ਸਤਿਗੁਰੂ, ਕਿਰਪਾ ਰਸੀਲੇ ਨੈਣ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਦੇ ਘਰ, ਮੇਰਾਂ ਦੇ ਸਾਗਰ, ਸਤਿਗੁਰੂ ਜੀ ਪ੍ਰਸੰਨ ਹੋਏ, ਖੁਸ਼ ਹੋਏ। ਰਾਏ ਜੋਧ ਸ਼ਾਹ ਦੀ ਭਾਵਨਾ ਦੇਖ ਕਰਕੇ ਕਿਰਪਾ ਰਸੀਲੇ ਨੈਣ, ਜਿਨ੍ਹਾਂ ਦੇ ਨੈਣਾਂ ਦੇ ਵਿੱਚ ਆਨੰਦ ਹੈ, ਰਸ ਹੈ, ਖੇੜਾ ਹੈ। ਦਿਲ ਕਰਦਾ ਹੈ ਸਤਿਗੁਰਾਂ ਦੇ ਦੀਦਾਰੇ ਕਰੇ ਜਾਈਏ। ਤੇ ਸੁੰਦਰ ਨੈਣਾਂ ਵਾਲੇ ਗਰੀਬ ਨਿਵਾਜ ਤੇਰੇ ਬੰਕੇ ਲੋਏ ਨ ਦੰਤ ਰਸਾਲਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਿਵਾਜ ਹੁਣ ਸਤਿਗੁਰੂ ਦੇ ਦਰਸ਼ਨ ਸੰਗਤ ਕਰ ਰਹੀ ਹੈ। ਰਾਏ ਜੋਧ ਸ਼ਾਹ, ਹੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੇ ਵਿੱਚ ਬੜਾ ਆਨੰਦ ਹੈ। ਬਿਖ ਦੰਪਤ ਕੇ ਭਾਵ ਕੋ, ਕਹਿਤ ਸੁਮੁਖ ਤੇ ਬੈਣ। ਤੇ ਗਰੀਬ ਨਿਵਾਜ ਦਰਸ਼ਨ ਦੀਦਾਰੇ ਦੇ ਰਹੇ ਹਨ। ਤੇ ਜਦੋਂ ਇਹਨਾਂ ਦੋਨਾਂ ਜੋੜੀ ਨੇ, ਪਤੀ ਤੇ ਪਤਨੀ ਨੇ ਵਾਰ-ਵਾਰ ਬੇਨਤੀ ਕੀਤੀ ਹੈ, ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੀ ਅਥਾਹ ਸ਼ਰਧਾ ਭਾਵਨਾ ਦੇਖ ਕਰਕੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਬਚਨ ਕੀਤੇ ਹਨ। ਆਪ ਤੁਮ ਕਾਂਗੜ ਪੁਰ ਬਸੋ, ਹਿਰਦੈ ਤਾਰ ਗੁਰ ਧਿਆਨ। ਕਹਿਣ ਲੱਗੇ ਨਹੀਂ ਰਾਏ ਜੋਧ ਸ਼ਾਹ, ਹੁਣ ਨਾਲ ਨਹੀਂ ਲੈ ਕੇ ਜਾਵਾਂਗੇ। ਤੁਸੀਂ ਇੱਥੇ ਕਾਂਗੜ ਪਿੰਡ ਦੇ ਵਿੱਚ ਹੀ ਰਹੋ, ਇੱਥੇ ਹੀ ਤੁਸੀਂ ਵਾਸਾ ਰੱਖੋ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ। ਕਹਿਣ ਲੱਗੇ ਰਿਦੋ ਧਾਰ ਗੁਰ ਧਿਆਨ, ਹਿਰਦੇ ਦੇ ਵਿੱਚ ਉਸ ਮਾਲਕ ਦਾ, ਪਰਮੇਸ਼ਰ ਦਾ ਧਿਆਨ ਧਾਰੋ, ਬੰਦਗੀ ਕਰੋ, ਦਿਨ ਰਾਤ ਸਿਮਰਨ ਦੇ ਵਿੱਚ ਲੀਨ ਹੋਵੋ। ਇੱਥੇ ਰਹਿ ਕਰਕੇ ਤੁਸੀਂ ਬੰਦਗੀ ਕਰੋ ਜੀ। ਸਤਨਾਮ ਸਿਮਰਨ ਕਰੋ, ਦੁਰ ਲੋਕਨ ਕਲਿਆਣ। ਤੇ ਪਰਮੇਸ਼ਰ ਦਾ ਸਿਮਰਨ ਜਿਹੜਾ ਸੱਚਾ ਨਾਮ ਹੈ, ਜਪ ਮਨ ਸਤਨਾਮ, ਸਦਾ ਸਤਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ, ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ। ਕਹਿਣ ਲੱਗੇ ਸੱਚਾ ਨਾਮ ਜਿਹੜਾ ਉਹ ਯਾਦ ਕਰੋ, ਦਿਨ ਰਾਤ ਉਹਦੇ ਨਾਲ ਜੁੜੋ, ਦੋਹ ਲੋਕਨ ਕਲਿਆਣ ਹੋਏਗਾ। ਕਿ ਇੱਥੇ ਤੇ ਉੱਥੇ ਤੁਹਾਡੀ ਮੁਕਤੀ ਹੋ ਜਾਏਗੀ, ਬੰਦ ਖਲਾਸੀ ਹੋ ਜਾਏਗੀ। ਦੋਨਾਂ ਲੋਕਾਂ ਦੇ ਵਿੱਚ ਹੀ ਤੁਹਾਡਾ ਕਲਿਆਣ ਹੋਵੇਗਾ। ਨਾਮ ਪੜੈ ਹਕਾਰ ਜਪ, ਕੈ ਦਿਨ ਕਿਤਕ ਬਿਤਾਏ। ਤੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ। ਕਹਿਣ ਲੱਗੇ ਅਸੀਂ ਦੁਬਾਰਾ ਜਦੋਂ ਇੱਧਰ ਨੂੰ ਆਵਾਂਗੇ, ਜਦੋਂ ਕਿਤੇ ਸਾਡਾ ਫੇਰ ਇੱਧਰ ਨੂੰ ਫੇਰਾ ਪਿਆ, ਕਹਿਣ ਲੱਗੇ ਹੇ ਰਾਏ ਜੋਧ ਫਿਰ ਤੈਨੂੰ ਅਸੀਂ ਸੁਨੇਹਾ ਭੇਜਾਂਗੇ। ਪੁਨ ਹਮ ਪਠੇ ਹਕਾਰ ਜਬ ਕੇ ਦਿਨ ਕਿਤਕ ਬਤਾਏ, ਉਸ ਵੇਲੇ ਫਿਰ ਕਰਕੇ ਬਤੀਤ ਕਰ ਲਵੀ। ਮਿਲੋ ਆਨ ਆਨੰਦ ਸੋ, ਹੋਏ ਡੇਰਾ ਜਿਸ ਥਾਏ। ਤੇ ਆਨੰਦ ਧਾਰਨ ਕਰਕੇ ਤੁਹਾਡੀ ਇੱਛਾ ਹੈ ਜੇ ਨਾਲ ਰਹਿਣ ਦੀ, ਤੇ ਜਿੱਥੇ ਸਾਡਾ ਡੇਰਾ ਹੋਏਗਾ, ਜਿੱਥੇ ਟਿਕਾਓ ਹੋਏਗਾ, ਤੁਹਾਨੂੰ ਦੱਸ ਦਿੱਤਾ ਜਾਏਗਾ। ਤੇ ਆਨੰਦ ਧਾਰਨ ਕਰਕੇ ਆ ਕੇ ਮਿਲ ਲੈਣਾ ਜੀ। ਮੋਹਰ ਜੋਤ ਕੀ ਭਾਰਜਾ, ਬੋਲੀ ਬਿਨੈ ਸਮੇਤ। ਤੇ ਫਿਰ ਰਾਏ ਜੋਧ ਸ਼ਾਹ, ਇਹਦੀ ਜਿਹੜੀ ਪਤਨੀ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਬੜੇ ਅਦਬ ਦੇ ਨਾਲ। ਕਹਿਣ ਲੱਗੀ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਬਾਹਰ ਜੋਧ ਕੀ ਭਾਰਜਾ, ਬੋਲੀ ਬਿਨੈ ਸਮੇਤ, ਬੜੇ ਨਿਮਰਤਾ ਧਾਰਨ ਕਰਕੇ, ਬੜੇ ਪਿਆਰ ਦੇ ਨਾਲ ਇੱਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਸਤਿਗੁਰੂ ਜੀ ਦੁਬਾਰਾ ਇਸ ਧਰਤੀ ਦੇ ਇਸ ਇਲਾਕੇ ਤੇ ਕਦੋਂ ਚਰਨ ਪਾਓਗੇ? ਆ ਸਾਡਾ ਜਿਹੜਾ ਨਗਰ ਹੈ, ਦੁਬਾਰਾ ਕਦੋਂ ਸਾਨੂੰ ਸੁਭਾਗ ਪ੍ਰਾਪਤ ਹੋਏਗਾ? ਤੁਸੀਂ ਕਦੋਂ ਚੱਲ ਕੇ ਆਓਗੇ?
ਦਰਸ਼ਨ ਦੇਣ ਵਾਸਤੇ। ਹੇ ਪਾਤਸ਼ਾਹ, ਗਰੀਬ ਨਿਵਾਜ ਹੁਣ ਕਦੋਂ ਸਾਨੂੰ ਸੁਭਾਗ ਪ੍ਰਾਪਤ ਹੋਏਗਾ, ਕਦੋਂ ਦਰਸ਼ਨ ਕਰਾਂਗੇ? ਪੁਨ ਸ੍ਰੀ ਹਰਿ ਗੋਬਿੰਦ ਕਹਿਓ, ਰੂਪ ਅਪਰ ਕੋ ਧਾਰ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ, ਕਹਿਣ ਲੱਗੇ ਦੁਬਾਰਾ ਅਸੀਂ ਇਸ ਨਗਰ ਦੇ ਵਿੱਚ ਆਵਾਂਗੇ। ਸਤਿਗੁਰੂ ਜੀ ਕੁਝ ਸਮਾਂ ਸ਼ਾਂਤ ਹੋਏ, ਗੰਭੀਰ ਹੋਏ। ਉਹਨਾਂ ਨੇ ਜੋ ਬੇਨਤੀ ਕੀਤੀ ਹੈ, ਕਹਿਣ ਲੱਗੇ ਆਵਾਂਗੇ, ਪਰ ਉਸ ਵੇਲੇ ਇਸ ਸਰੀਰ ਦੇ ਵਿੱਚ ਨਹੀਂ ਆਵਾਂਗੇ, ਦੂਸਰੇ ਹੋਰ ਸਰੀਰ ਦੇ। ਫਿਰ ਦੁਬਾਰਾ ਇਸ ਨਗਰ ਦੇ ਵਿੱਚ ਆ ਕਰਕੇ ਚਰਨ ਪਾਵਾਂਗੇ। ਕਹਿਣ ਲੱਗੇ ਪੁਨ ਸ਼੍ਰੀ ਹਰਿ ਗੋਬਿੰਦ ਕਹਿਓ, ਅਰੂਪ ਅਪਰ ਕੋ ਧਾਰ। ਅਸੀਂ ਦੂਸਰਾ ਸਰੀਰ ਧਾਰਨ ਕਰਕੇ, ਕਹਿਣ ਤੋਂ ਭਾਵ ਸਤਿਗੁਰਾਂ ਦਾ ਹੈ ਕਿ ਜਦੋਂ ਅਸੀਂ ਦੁਬਾਰਾ ਇੱਥੇ ਆਵਾਂਗੇ ਉਦੋਂ ਦੂਸਰੇ ਜੋਤ ਜਿਹੜੀ ਹੈ ਅਗਲੇ ਸਰੀਰ ਦੇ ਵਿੱਚ ਚਲੇ ਜਾਏਗੀ। ਦੁਬਾਰਾ ਅਸੀਂ ਫਿਰ ਇਸ ਨਗਰ ਦੇ ਵਿੱਚ ਆਵਾਂਗੇ। ਤੋ ਸੰਤਤ ਕੇ ਮਸਾਂ ਆਨ ਤਿਸ ਬਾਰ। ਤੇ ਕਹਿਣ ਲੱਗੇ ਅਸੀਂ ਤੁਹਾਡੇ ਨਗਰ ਦੇ ਵਿੱਚ, ਤੇ ਜਿਹੜੀ ਤੁਹਾਡੀ ਸੰਤਾਨ ਹੋਏਗੀ, ਅੱਗੋਂ ਜਿਹੜਾ ਪਰਿਵਾਰ ਹੋਏਗਾ, ਉਹ ਬੜੀ ਭਾਵਨਾ ਦੇ ਨਾਲ ਸੇਵਾ ਕਰਨਗੇ, ਤੁਹਾਡੀ ਤਰ੍ਹਾਂ ਜੁੜਨਗੇ। ਫਿਰ ਉਹਨਾਂ ਦੇ ਕੋਲ ਆ ਕੇ ਟਿਕਾਂਗੇ, ਦੂਸਰੇ ਸਰੀਰ ਦੇ ਵਿੱਚ ਆ ਕਰਕੇ ਰਵਾਂਗੇ। ਵੰਸ ਪਰਵਰਤ ਤੈ ਅਧਿਕ ਸੁਖ, ਤੁਮ ਆਏ ਮਮ ਕਾਜ। ਔਰ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਨਿਹਾਲ ਹੋ ਗਏ ਹਨ ਸਤਿਗੁਰੂ ਜੀ। ਇੱਕ ਤਾਂ ਰਾਏ ਜੋਧ ਸ਼ਾਹ, ਜਿਸ ਨੇ ਛੇਵੇਂ ਪਾਤਸ਼ਾਹ ਜੀ ਦਾ ਜੰਗ ਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ, ਸਭ ਤੋਂ ਅੱਗੇ ਹੋ ਕੇ ਲੜਿਆ ਹੈ ਤੇ ਫੱਟ ਵੀ ਬੜੇ ਸਰੀਰ ਤੇ ਖਾਧੇ ਹਨ, ਜੰਗ ਜਿੱਤਿਆ ਹੈ, ਆਪਣੀ ਮਰਨ ਦੀ ਪ੍ਰਾਣਾਂ ਦੀ ਪਰਵਾਹ ਨਹੀਂ ਕੀਤੀ। ਔਰ ਦੂਸਰਾ, ਇਹਦੀ ਪਤਨੀ ਦਾ ਪਹਿਲੇ ਗੁਰੂ ਸਾਹਿਬਾਨਾਂ ਤੋਂ ਹੀ ਪਿਤਾ ਪੁਰਖੀ ਇਹਨਾਂ ਦਾ ਪਿਆਰ ਗੁਰੂ ਘਰ ਦੇ ਨਾਲ ਹੈ, ਬੜੀ ਅੰਦਰ ਸ਼ਰਧਾ ਭਾਵਨਾ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਬੰਸ ਪਰਵਿਰਤਾ ਹੈ ਅਦਕ ਸੁਖ, ਤੁਮ ਆਏ ਮਮ ਕਾਜ। ਕਹਿਣ ਲੱਗੇ ਤੁਹਾਡੀ ਪੀੜ੍ਹੀਆਂ ਦੇ ਵਿੱਚ, ਤੁਹਾਡੀ ਅਗਾਂਹ ਵੰਸ਼ ਦੇ ਵਿੱਚ ਬੇਅੰਤ ਜਿਹੜਾ ਸੁੱਖ ਹੈ, ਆਨੰਦ ਪ੍ਰਾਪਤ ਹੋਏਗਾ। ਪਾਤਸ਼ਾਹ ਜੀ ਨੇ ਬਚਨ ਕੀਤਾ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਾਸਤੇ ਇੰਨਾ ਵੱਡਾ ਯੋਗਦਾਨ ਪਾਇਆ, ਏਡੀ ਵੱਡੀ ਸੇਵਾ ਕੀਤੀ ਹੈ, ਜਾਨ ਦੀ ਪਰਵਾਹ ਨਹੀਂ ਕੀਤੀ। ਜੋਧ ਸ਼ਾਹ ਦੇ ਕਈ ਸੈਨਿਕ, ਕਈ ਜਿਹੜੇ ਉਸ ਵੇਲੇ ਸਿਪਾਹੀ ਹਨ, ਸਤਿਗੁਰਾਂ ਦਾ ਸਾਥ ਦਿੰਦਿਆਂ ਹੋਇਆਂ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਹਨ, ਮਾਰੇ ਗਏ ਹਨ। ਇਸ ਕਰਕੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਸੇਵਾ ਜਾਣ ਕਰਕੇ ਬਚਨ ਕੀਤਾ, ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੀਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਅਨੇਕਾਂ ਤਰ੍ਹਾਂ ਦੇ ਆਨੰਦ ਪ੍ਰਾਪਤ ਕਰਨਗੀਆਂ। ਫਲਤ ਪਲਤ ਰੱਖੈ ਕਿ ਆਹੋ, ਭਗਤੋ ਰਾਜ ਸਮਾਜ। ਔਰ ਕਹਿਣ ਲੱਗੇ ਅਸੀਂ ਹਾਲਤ ਪਲਤ ਦੇ ਵਿੱਚ, ਲੋਕ ਪਰਲੋਕ ਦੇ ਵਿੱਚ ਰੱਖਿਅਕ ਬਣਾਂਗੇ, ਤੁਹਾਡੇ ਸਹਾਇਕ ਬਣਾਂਗੇ। ਭੁਗਤੋ ਰਾਜ ਸਮਾਜ, ਬਹੁਤ ਵੱਡਾ ਸੁੱਖ, ਰਾਜ ਭਾਗ ਤੁਸੀਂ ਪ੍ਰਾਪਤ ਕਰੋਗੇ, ਭੁਗਤੋਗੇ, ਜੀਵਨ ਦੇ ਵਿੱਚ ਆਨੰਦ ਪ੍ਰਾਪਤ ਹੋਏਗਾ। ਇਹਨੂੰ ਬਰ ਦਿਓ ਵਿਸਾਲ ਕੋ, ਤੁਮ ਲੋਕਨ ਸੁਖ ਕੇਰ। ਤੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਖੁਸ਼ ਹੋ ਕਰਕੇ ਦੋ ਲੋਕਾਂ ਦਾ ਜਿਹੜਾ ਸੁੱਖ ਹੈ, ਆਨੰਦ ਹੈ, ਉਹ ਬਖਸ਼ਿਸ਼ ਕੀਤਾ ਹੈ। ਕਿਸੇ ਨੂੰ ਤਾਂ ਕੇਵਲ ਦੁਨਿਆਵੀ ਪਦਾਰਥ ਚਾਹੀਦੇ ਸਨ, ਕਿਸੇ ਨੂੰ ਕੋਈ ਪਰਲੋਕ ਤੇ ਪਰਲੋਕ ਦੇ ਦੋਨੋਂ ਹੀ ਸੁੱਖ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਮੇਰਾਂ ਦੇ ਘਰ ਦੇ ਵਿੱਚ ਆ ਕਰਕੇ ਦਿੱਤੇ। ਕਹਿਣ ਲੱਗੇ ਕਿ ਭਾਈ ਤੁਹਾਡਾ ਇਮ ਬਰ ਦਿਓ ਵਿਸਾਲ ਕੋ, ਦੋਹ ਲੋਕਨ ਸੁਖ ਕੇਰ। ਦੋਵਾਂ ਲੋਕਾਂ ਦੇ ਵਿੱਚ ਗੁਰੂ ਤੁਹਾਡਾ ਸਹਾਈ ਹੋਵੇਗਾ, ਤੁਹਾਨੂੰ ਆਨੰਦ ਪ੍ਰਾਪਤ ਹੋਏਗਾ, ਜੀਵਨ ਸਫਲ ਹੋਏਗਾ। ਇਹ ਗੁਰੂ ਘਰ ਦੇ ਵਿੱਚ ਤੁਹਾਨੂੰ ਬਖਸ਼ਿਸ਼ਾਂ ਮਿਲਣਗੀਆਂ। ਸੰਪਤ ਪਾਏ ਪਰਮੋਦ ਕੋ, ਸਿਰ ਧਰ ਪਦ ਪਰ ਫੇਰ। ਔਰ ਰਾਏ ਜੋਧ ਦੀ ਸੁਪਤਨੀ ਇਹ ਬਖਸ਼ਿਸ਼ਾਂ, ਇਹ ਸਤਿਗੁਰਾਂ ਦੇ ਬਚਨ ਸੁਣ ਕੇ ਨਿਹਾਲ ਹੋ ਗਈ ਹੈ, ਬੜੀ ਖੁਸ਼ ਹੋਈ, ਪ੍ਰਸੰਨ ਹੋਈ ਹੈ। ਔਰ ਫਿਰ ਖੁਸ਼ੀ ਦੇ ਨਾਲ ਦੰਪਤ ਪਾਏ ਪਰਮੋਦ ਕੋ, ਬੜਾ ਚਿਹਰੇ ਤੇ ਖੜਾਊ ਹੈ, ਸਿਰ ਧਰ ਪਰ ਫੇਰ। ਸਤਿਗੁਰਾਂ ਦੇ ਚਰਨਾਂ ਦੇ ਉੱਪਰ ਸਿਰ ਰੱਖ ਦਿੱਤਾ। ਗਰੀਬ ਨਿਵਾਜ ਸਤਿਗੁਰਾਂ ਨੇ ਉਹਦੇ ਸੀਸ ਦੇ ਉੱਪਰ ਹੱਥ ਧਰਿਆ ਹੈ। ਆਸ਼ਿਕ ਦੇ ਸਤਿਗੁਰ ਉਠੇ, ਸ਼ਿਵਰ ਬਿਰਾਜੇ ਜਾਏ।
ਤੇ ਹੋਰ ਅਨੇਕਾਂ ਤਰ੍ਹਾਂ ਦੇ ਆਸ਼ੀਰਵਾਦ ਬਖਸ਼ਿਸ਼ਾਂ, ਅਨੇਕਾਂ ਤਰ੍ਹਾਂ ਦੇ ਬਚਨ ਕਰਦੇ ਹਨ। ਪਾਤਸ਼ਾਹ ਜੀ ਖੁਸ਼ ਹੋ ਕੇ, ਪ੍ਰਸੰਨ ਹੋ ਕਰਕੇ, ਤੇ ਫਿਰ ਉਹਨਾਂ ਨੂੰ ਖੁਸ਼ ਕਰਕੇ, ਪ੍ਰਸੰਨ ਕਰਕੇ ਛੇਵੇਂ ਪਾਤਸ਼ਾਹ ਜੀ ਉਹਨਾਂ ਦੇ ਘਰ ਦੇ ਵਿੱਚੋਂ ਉੱਠੇ ਹਨ। ਤੇ ਜਿੱਥੇ ਨਗਰ ਤੋਂ ਬਾਹਰ ਪਾਤਸ਼ਾਹ ਜੀ ਦਾ ਬਹੁਤ ਵੱਡਾ ਜਿਹੜੀ ਸੈਨਾ ਨੇ ਉਤਾਰਾ ਕੀਤਾ ਹੋਇਆ ਹੈ, ਜਿੱਥੇ ਡੇਰਾ ਲੱਗਿਆ ਹੋਇਆ ਹੈ, ਸਤਿਗੁਰਾਂ ਦੇ ਵਾਸਤੇ ਸ਼ਮਿਆਨੇ ਲੱਗੇ ਹੋਏ ਹਨ, ਤੰਬੂ ਲੱਗੇ ਹੋਏ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਫਿਰ ਰਾਤ ਵੇਲੇ ਸ਼ਾਮ ਦਾ ਭੋਜਨ ਕਰਨ ਤੋਂ ਬਾਅਦ ਬਖਸ਼ਿਸ਼ਾਂ ਕਰਕੇ ਸਤਿਗੁਰੂ ਜੀ ਵਾਪਸ ਆਪਣੇ ਤੰਬੂ ਦੇ ਵਿੱਚ ਆ ਗਏ ਹਨ। ਸੁਖ ਜਥਾ ਸੁਖ ਜਾਮਨੀ ਪ੍ਰਾਤ ਭਈ ਪੁਨ ਆਏ। ਤੇ ਆਨੰਦ ਦੇ ਸਹਿਤ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਖੀਰ ਵਾਲੀ ਜਿਹੜੀ ਰਾਤ ਹੈ ਮਾਲਵੇ ਦੇ ਵਿੱਚ ਕਾਂਗੜ ਪਿੰਡ ਦੇ ਵਿੱਚ ਬਤੀਤ ਕੀਤੀ ਹੈ। ਔਰ ਫਿਰ ਅੰਮ੍ਰਿਤ ਵੇਲਾ ਹੋਇਆ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੋਜ਼ਾਨਾ ਦੀ ਤਰ੍ਹਾਂ ਜਾਗੇ ਹਨ। ਸੋਚ ਇਸ਼ਨਾਨ ਸੋ ਧਿਆਨ ਕਰ ਬਸਤਰ ਸ਼ਸਤਰ ਕੋ ਪਾਏ। ਸ਼ੌਚ ਇਸ਼ਨਾਨ ਸਰੀਰਕ ਕਿਰਿਆ ਸੁਧਨ ਤੋਂ ਬਾਅਦ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੰਤਰ ਧਿਆਨ ਹੋਏ, ਮਾਲਕ ਦੀ ਬੰਦਗੀ ਦੇ ਵਿੱਚ ਲੀਨ ਹੋਏ ਹਨ। ਸ਼ੌਚ ਇਸ਼ਨਾਨ ਸੋ ਧਿਆਨ ਕਰ, ਮਾਲਕ ਦੇ ਚਰਨਾਂ ਦੇ ਵਿੱਚ ਧਿਆਨ ਧਾਰਨ ਤੋਂ ਬਾਅਦ ਅੰਮ੍ਰਿਤ ਵੇਲੇ ਦੇ ਜਿਹੜੀ ਨਿੱਤ ਦੀ ਮਰਿਆਦਾ ਸੀਗੀ, ਗੁਰਬਾਣੀ ਦਾ ਜਾਪ ਕਰਨਾ, ਰਬਾਬੀ ਸਿੰਘ ਕੀਰਤਨ ਕਰਿਆ ਕਰਦੇ ਸਨ, ਉਹ ਸਾਰੀ ਸੰਪੂਰਨ ਹੋਈ ਹੈ। ਫਿਰ ਸਾਰਿਆਂ ਨੇ ਤੇ ਛੇਵੇਂ ਪਾਤਸ਼ਾਹ ਜੀ ਨੇ ਵੀ ਬਸਤਰ ਸ਼ਸਤਰ ਆਪਣੇ ਸਰੀਰ ਤੇ ਸੋਹਣੇ ਢੰਗ ਦੇ ਨਾਲ ਸਜਾ ਲਏ ਹਨ। ਯਾਰ ਰੋਟਣ ਕੋ ਪਾਏ ਸ੍ਰੀ ਸਤਿਗੁਰ ਸੁਖਦਾਇ। ਔਰ ਫਿਰ ਛੇਵੇਂ ਪਾਤਸ਼ਾਹ ਜੀ ਗਰੀਬ ਨਿਵਾਜ ਘੋੜੇ ਤੇ ਚੜ੍ਹਨ ਵਾਸਤੇ ਬਿਲਕੁਲ ਤਿਆਰ ਹੋ ਗਏ ਹਨ। ਦਿਨ ਚੜ੍ਹ ਗਿਆ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਾਂਗੜ ਪਿੰਡ ਤੋਂ ਵਿਦਾ ਹੋਣ ਲੱਗੇ ਹਨ, ਅੱਗੇ ਚੱਲੇ ਹਨ। ਬਿਲਕੁਲ ਸਾਰੀ ਤਿਆਰੀ ਹੋ ਚੁੱਕੀ ਹੈ। ਦੋਹਰਾ ਤਿਆਰ ਭਏ ਸ੍ਰੀ ਸਤਿਗੁਰੂ ਚੱਲ ਪਹੁੰਚੇ ਤਿਸ ਕਾਲ। ਤੇ ਜਦੋਂ ਨਗਾਰਿਆਂ ਦੀ ਆਵਾਜ਼ ਆਈ ਹੈ, ਛੇਵੇਂ ਪਾਤਸ਼ਾਹ ਜੀ ਬਿਲਕੁਲ ਤਿਆਰ ਹੋ ਚੁੱਕੇ ਹਨ ਤੇ ਸੰਗਤ ਨੂੰ ਵੀ ਪਤਾ ਹੈ ਕਿ ਅੱਜ ਪਾਤਸ਼ਾਹ ਜੀ ਜਾ ਰਹੇ ਹਨ ਤੇ ਅਸੀਂ ਉਹਨਾਂ ਨੂੰ ਵਿਦਾ ਕਰਨਾ ਹੈ। ਤੇ ਉਸ ਵੇਲੇ ਬੇਅੰਤ ਗੁਰੂ ਕੇ ਸਿੱਖ ਸਾਰੇ ਨਗਰ ਵਾਸੀ ਕਹਿਣ ਲੱਗੇ, ਜਦੋਂ ਪਾਤਸ਼ਾਹ ਜੀ ਤਿਆਰ ਹੋਏ ਉਸੇ ਵੇਲੇ ਬੇਅੰਤ ਜਿਹੜੀ ਸੰਗਤ ਹੈ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਗਈ ਹੈ। ਸਾਧੂ ਰੂਪਾ ਦਾਨ ਮਿਲ ਬੰਦਤ ਪ੍ਰੇਮ ਵਿਸਾਲ। ਔਰ ਉੱਥੇ ਨੇੜੇ ਰਹਿਣ ਵਾਲੇ ਹਨ ਭਾਈ ਰੂਪਾ ਜੀ ਤੇ ਭਾਈ ਸਾਧੂ ਜੀ। ਭਾਈ ਸਾਧੂ ਜੀ ਦੇ ਸੁਪੁੱਤਰ ਹਨ ਭਾਈ ਰੂਪਾ ਜੀ, ਜਿਨ੍ਹਾਂ ਦਾ ਬਹੁਤ ਵੱਡਾ ਪ੍ਰੇਮ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਨਾਲ। ਇਹਨਾਂ ਨੂੰ ਪਤਾ ਲੱਗਾ ਹੈ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚੋਂ, ਮਾਲਵੇ ਦੇ ਵਿੱਚੋਂ ਜਾ ਰਹੇ ਹਨ। ਔਰ ਇਹ ਵੀ ਭਾਵਨਾ ਸਹਿਤ ਬੜੇ ਅਦਬ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਏ, ਵੰਦਨਾ ਕੀਤੀ ਹੈ, ਸਤਿਗੁਰਾਂ ਦੇ ਚਰਨਾਂ ਦੇ ਉੱਪਰ ਸੀਸ ਰੱਖਿਆ ਹੈ। ਸਵਈਆ ਛੰਦ ਹਮਕੋ ਹੁਕਮ ਹੈ ਕਿਸ ਬਿਦ ਕੋ ਮਹਾਰਾਜ ਅਬਦੇਵ ਸੁਨਾਏ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਅਸੀਂ ਤਾਂ ਤੁਹਾਡੇ ਚਰਨਾਂ ਦੇ ਦਾਸ ਹਾਂ। ਜੋ ਤੁਸੀਂ ਹੁਕਮ ਲਾਉਂਦੇ ਹੋ ਉਸੇ ਤਰ੍ਹਾਂ ਹੀ ਅਸੀਂ ਸੇਵਾ ਨਿਭਾਉਂਦੇ ਹਾਂ। ਇਹ ਪਾਤਸ਼ਾਹ ਤੁਸੀਂ ਹੁਣ ਇਸ ਜਗ੍ਹਾ ਨੂੰ ਛੱਡ ਕੇ ਜਾ ਰਹੇ ਹੋ, ਇੱਧਰੋਂ ਜਾ ਰਹੇ ਹੋ, ਤੇ ਸਤਿਗੁਰੂ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਕੀ ਹੁਕਮ ਹੈ, ਅਬ ਦੇਹੋ ਸੁਨਾਏ। ਸਤਿਗੁਰੂ ਜੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੇਵਾ ਹੈ, ਕੀ ਤੁਹਾਡਾ ਹੁਕਮ ਹੈ, ਸੁਣਾ ਦੇਵੋ। ਦਰਸ਼ਨ ਕੀ ਔਰ ਅਦਕ ਲਾਲਸਾ ਜਥਾ ਕਮਲ ਬਾਸ਼ਿਤ ਦਿਨ ਰਾਏ। ਪਾਤਸ਼ਾਹ ਜੀ ਬੜੀ ਸਾਡੇ ਅੰਦਰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਗਰੀਬ ਨਿਵਾਜ ਕੁਝ ਕੁ ਸਮੇਂ ਬਾਅਦ ਸਾਡਾ ਮਨ, ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਮਛਲੀ ਪਾਣੀ ਤੋਂ ਦੂਰ ਹੋ ਕਰਕੇ ਜਿਹੜੀ ਉਹਦੀ ਹਾਲਤ ਹੁੰਦੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਸਾਡਾ ਜੀਵਨ ਕਹਿਣ ਲੱਗੇ ਦਰਸ਼ਨ ਕੀ ਔਰ ਅਦਕ ਲਾਲਸਾ। ਹੇ ਪਾਤਸ਼ਾਹ ਜਥਾ ਕਮਲ ਬਾਂਸ਼ਤ ਦਿਨ ਰਾਏ, ਜਿਸ ਤਰ੍ਹਾਂ ਕਮਲ ਗਰੀਬ ਨਿਵਾਜ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਨੂੰ ਤਰਸਦਾ ਹੈ, ਜਦੋਂ ਚੜ੍ਹਦਾ ਹੈ ਤੇ ਉਹ ਖਿੜ ਜਾਂਦਾ ਹੈ
ਤੇ ਜਦੋਂ ਨਹੀਂ ਚੜ੍ਹਦਾ ਤੇ ਉਹ ਮੁਰਝਾਇਆ ਰਹਿੰਦਾ ਹੈ। ਪਾਤਸ਼ਾਹ ਸਾਡਾ ਵੀ ਜੀਵਨ ਤੁਸੀਂ ਸੂਰਜ ਦੀ ਤਰ੍ਹਾਂ ਹੋ, ਤੇ ਜਿਸ ਤਰ੍ਹਾਂ ਸੂਰਜ ਦੇ ਨਾਲ ਹੀ ਆਪਾਂ ਦੇਖਦੇ ਹਾਂ ਕਈ ਫੁੱਲ ਖਿੜਦੇ ਹੀ ਉਦੋਂ ਹਨ ਜਦੋਂ ਸੂਰਜ ਚੜ੍ਹਦਾ ਹੈ। ਪਾਤਸ਼ਾਹ ਸਾਡੇ ਜੀਵਨ ਦਾ ਖੜਾਓ ਹੀ ਤੁਹਾਡੇ ਕਰਕੇ ਹੈ। करे निहाल दीन बड़ियाई, जुग लोकन के बने सहाय। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਸਹਾਇਕ ਹੋਣਗੇ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੋ, ਗੁਰਬਾਣੀ ਦਾ ਜਾਪ ਕਰੋ, ਜੁਗ ਲੋਕਨ ਕੇ ਬਣੇ ਸਹਾਏ। ਦੋਵਾਂ ਲੋਕਾਂ ਦੇ ਸਤਿਗੁਰੂ ਜੀ ਰੱਖਿਅਕ ਹੋਣਗੇ। ਮਾਲਕ ਦੇ ਚਰਨਾਂ ਦੇ ਨਾਲ ਜੁੜੋ, ਸਿਮਰਨ ਕਰੋ ਜੀ। रावर के मानंद कृपाल नारज कन, ते मम मेर बनाए। ਔਰ ਇਹਨਾਂ ਨੇ ਬੇਨਤੀ ਕੀਤੀ ਹੈ, ਕਹਿਣ ਲੱਗੇ हे ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਤੁਸੀਂ ਮਾਲਕ ਹੋ ਸਭ ਕਸ ਦੇ, ਤੇ ਪਾਤਸ਼ਾਹ ਤੁਸੀਂ ਜਦੋਂ ਕਿਰਪਾ ਦੇ ਘਰ ਦੇ ਵਿੱਚ ਆਉਂਦੇ ਇੱਕ ਛੋਟੇ ਜਿਹੇ ਜਰੇ ਨੂੰ ਕਿਣਕੇ ਨੂੰ ਪਹਾੜਾਂ ਦੇ ਵਿੱਚ ਬਦਲ ਦਿੰਦੇ ਹੋ, ਬਣਾ ਦਿੰਦੇ ਹੋ। ਗਰੀਬ ਨਿਵਾਜ ਸਤਿਗੁਰੂ ਜੀ ਜੋ ਚਾਹੁੰਦੇ ਹੋ ਉਸੇ ਤਰ੍ਹਾਂ ਹੋ ਸਕਦਾ ਹੈ, ਸਾਰਾ ਕੁਝ ਤੁਹਾਡੇ ਹੁਕਮ ਦੇ ਵਿੱਚ ਹੈ। ਤੇ ਪਾਤਸ਼ਾਹ ਜੀ ਤੁਸੀਂ ਛੋਟੇ ਜਿਹੇ ਨੂੰ ਸਮਰੱਥਾ ਬਖਸ਼ ਕੇ ਉਹਨਾਂ ਨੂੰ ਪਹਾੜ ਦੀ ਤਰ੍ਹਾਂ ਵੱਡੇ ਬਣਾ ਦਿੰਦੇ ਹੋ। ਕਹਿਓ ਗੁਰੂ ਤੁਮ ਕਰੋ ਦੇਖ ਕੋ, ਸਭ ਕੋ ਦੇਹ ਅਸਨ ਬਰਤਾਏ। ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਹੈ, ਕਹਿਣ ਲੱਗੇ ਤੁਹਾਡੀ ਸੇਵਾ ਉਹੀ ਹੈ। ਪਹਿਲਾਂ ਵੀ ਜਦੋਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਾਂ ਪਿੱਛੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ, ਇੱਕ ਵਾਰੀ ਭਾਈ ਰੂਪਾ ਤੇ ਭਾਈ ਸਾਧੂ ਜਦੋਂ ਜੰਗਲ ਦੇ ਵਿੱਚ ਲੱਕੜਾਂ ਕੱਟ ਰਹੇ ਸਨ ਤੇ ਦੁਪਹਿਰੇ ਤੇਹ ਲੱਗੀ, ਠੰਡਾ ਜਲ ਦੇਖ ਕੇ ਇਹਨਾਂ ਨੇ ਆਖਿਆ ਕਿ ਛੇਵੇਂ ਪਾਤਸ਼ਾਹ ਜੀ ਨੂੰ ਛਕਾਵਾਂਗੇ। ਉੱਥੇ ਹੀ ਧਿਆਨ ਜੋੜ ਕੇ ਬੈਠ ਗਏ ਸਨ ਤੇ ਛੇਵੇਂ ਪਾਤਸ਼ਾਹ ਜੀ ਫਿਰ ਜਾਗ ਕਰਕੇ ਇਹਨਾਂ ਨੂੰ ਦਰਸ਼ਨ ਦਿੰਦੇ ਹਨ, ਨਿਹਾਲ ਕਰਦੇ ਹਨ। ਤੇ ਉਸ ਵੇਲੇ ਫਿਰ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਸੀ, ਕਹਿਣ ਲੱਗੇ ਕਿ ਭਾਈ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਜਲ ਛਕਾ ਕੇ ਖੁਸ਼ ਕੀਤਾ ਹੈ ਤੁਸੀਂ, ਇਸੇ ਤਰ੍ਹਾਂ ਜਲ ਹੋਰ ਵੀ ਜਿਹੜੇ ਰਾਹੀ ਆਉਣ ਵਾਲੇ ਹਨ, ਹੋਰ ਵੀ ਜਿਹੜੀ ਸੰਗਤ ਆਉਂਦੀ ਜਾਂਦੀ ਹੈ, ਉਹਨਾਂ ਦੀ ਜਿਹੜੀ ਪਿਆਸ ਹੈ ਬੁਝਾਓ, ਸੇਵਾ ਕਰੋ। ਤੇ ਇਕੱਲੀ ਜਲ ਦੇ ਨਾਲ ਹੀ ਸੇਵਾ ਨਹੀਂ ਕਰਨੀ ਹੈ, ਤੁਸੀਂ ਇੱਥੇ ਰਹਿ ਕਰਕੇ ਪ੍ਰਸ਼ਾਦਾ ਵੀ ਤਿਆਰ ਕਰੋ, ਲੰਗਰ ਦਾ ਪ੍ਰਬੰਧ ਵੀ ਕਰੋ। ਉਦੋਂ ਤੋਂ ਹੀ ਇਹ ਲੰਗਰ ਚਲਾ ਰਹੇ ਸਨ, ਉਦੋਂ ਤੋਂ ਹੀ। ਗਰੀਬ ਨਿਵਾਜ ਪਾਤਸ਼ਾਹ ਜੀ ਕਦੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਭਾਈ ਕਨ੍ਹਈਆ ਜੀ ਨੂੰ ਜਦੋਂ ਸ਼ਿਕਾਇਤ ਲੱਗੀ ਕਿ ਜਲ ਛਕਾਉਂਦੇ ਹਨ, ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨ੍ਹਈਆ ਜੀ ਪਹਿਲਾਂ ਤਾਂ ਜਾਲੀ ਛਕਾਉਂਦੇ ਸੀਗੇ, ਹੁਣ ਆ ਮਲਮ ਪੱਟੀ ਵੀ ਲਾਓ। ਤੇ ਜਿਸ ਤਰ੍ਹਾਂ ਤੁਹਾਡਾ ਜੀਵਨ ਹੈ ਕਿ ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਮੈਨੂੰ ਤਾਂ ਸਾਰਿਆਂ ਦੇ ਵਿੱਚ ਹੀ ਤੁਹਾਡੀ ਜੋਤ ਨਜ਼ਰ ਆਉਂਦੀ ਹੈ, ਸਾਰਿਆਂ ਨੂੰ ਬੈਰੀ ਨਹੀਂ, ਸਗਲ ਸਾਰਿਆਂ ਦਾ ਹੀ ਭਲਾ, ਮਾਨਸ ਕੀ ਜਾਤ ਸਭੈ ਏਕੇ। ਕਹਿਣ ਲੱਗੇ ਸਰਬੱਤ, ਇਹ ਸਰਬੱਤ ਦਾ ਭਲਾ। ਜਿਸ ਤਰ੍ਹਾਂ ਹੁਣ ਵੀ ਸਿੱਖ ਜਦੋਂ ਲੋੜ ਪੈਂਦੀ ਹੈ, ਇਹ ਨਹੀਂ ਦੇਖਦੇ ਕਿ ਧਰਮ ਕਿਹੜਾ ਹੈ, ਜਗ੍ਹਾ ਕਿਹੜੀ ਹੈ, ਇਲਾਕਾ ਕਿਹੜਾ, ਇਹਨਾਂ ਦਾ ਜਿਹੜਾ ਕੋਈ ਲੋੜਵੰਦ ਹੈ ਉਹਦੇ 'ਤੇ ਭਾਰੀ ਉਪਕਾਰ ਕਰਦੇ ਹਨ। ਇਹ ਸਿੱਖਿਆ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਦੌਰਾਨ ਥਾਂ ਥਾਂ 'ਤੇ ਜਾ ਕਰਕੇ ਦਿੱਤੀ ਹੈ। ਕਹਿਣ ਲੱਗੇ ਜਿਹੜਾ ਵੀ ਲੋੜਵੰਦ ਰਾਹੀ ਆਉਂਦਾ ਹੈ ਉਹਦੀ ਮਦਦ ਕਰਨੀ ਹੈ। ਪਹਿਲਾਂ ਜਲ ਛਕਾਉਂਦੇ ਹੋ, ਤੇ ਹੁਣ ਇਸ ਇਲਾਕੇ ਦੇ ਵਿੱਚ ਜਿਹੜਾ ਨਵਾਂ ਨਗਰ ਭਾਈ ਰੂਪਾ ਵਸਾਇਆ ਹੋਇਆ ਹੈ, ਇੱਥੇ ਰਹਿ ਕਰਕੇ ਨਾਲ ਪ੍ਰਸ਼ਾਦਾ ਵੀ ਤਿਆਰ ਕਰੋ, ਤੇ ਜਿਹੜਾ ਵੀ ਲੋੜਵੰਦ ਆਏ ਉਹ ਤੁਹਾਡੇ ਕੋਲੋਂ ਭੁੱਖਾ ਨਾ ਜਾਏ। ਜੈਸੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਈ ਦਿਨਾਂ ਦੇ ਭੁੱਖੇ ਸਾਧੂਆਂ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਦਇਆ ਆਈ ਸੀਗੀ, ਤੇ 20 ਰੁਪਈਆਂ ਦਾ ਲੰਗਰ ਛਕਾ ਦਿੱਤਾ ਗਿਆ ਸੀਗਾ। ਇਹ ਲੋੜਵੰਦ ਹੈ। ਇੱਥੇ ਪਿਤਾ ਜੀ ਨੇ ਆਖਿਆ ਸੀ ਚੰਗਾ ਵਪਾਰ ਕਰਨਾ ਹੈ, ਚੰਗਾ ਪੈਸੇ ਦੀ ਸਹੀ ਵਰਤੋਂ ਕਰਨੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਕੀਤੀ, ਆ ਭੁੱਖੇ ਤਰਸ ਰਹੇ ਹਨ, ਇਸ ਤੋਂ ਵਧੀਆ ਹੋਰ ਕੀ ਸੇਵਾ ਹੋ ਸਕਦੀ ਹੈ, ਇਸ ਤੋਂ ਵਧੀਆ ਕੀ ਵਪਾਰ ਹੋ ਸਕਦਾ ਹੈ। ਇਹੀ ਵੱਡਾ ਵਪਾਰ ਹੈ, ਮਨੁੱਖਤਾ ਦੀ ਸੇਵਾ ਹੀ ਸਰਬੱਤ ਦਾ ਜਿਹੜਾ ਭਲਾ ਹੈ ਵੀ ਇਹੀ ਸਭ ਤੋਂ ਵੱਡਾ ਪਰਉਪਕਾਰ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ
ਵੇਲੇ ਭਾਈ ਰੂਪਾ ਜੀ ਨੂੰ ਤੇ ਭਾਈ ਸਾਧੂ ਜੀ ਨੂੰ, ਕਹਿਣ ਲੱਗੇ ਤੁਹਾਡੀ ਹੀ ਸੇਵਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਭਾਵ ਪ੍ਰਸ਼ਾਦ ਲੰਗਰ ਤਿਆਰ ਕਰਕੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਤੁਸੀਂ ਸਾਰਿਆਂ ਨੂੰ ਵਰਤਾਓ ਤੇ ਸਾਰਿਆਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਦਾ ਭਲਾ ਕਰੋ ਜੀ। ਸਤ ਸੰਗਤ ਕਰ ਸਿਮਰੋ ਸਤਿਗੁਰ, ਅਪਰ ਰੂਪ ਧਰਮੈ ਪੁਨ ਆਏ। ਤੇ ਕਹਿਣ ਲੱਗੇ ਸਤ ਸੰਗਤ, ਇੱਥੇ ਧਰਮਸ਼ਾਲਾ ਬਣਾਓ ਤੇ ਉੱਥੇ ਬੈਠ ਕੇ ਸਤ ਸੰਗਤ ਕਰੋ, ਸਾਰੇ ਰਲ ਕੇ ਨਗਰ ਵਾਸੀ ਸਿਮਰਨ ਕਰਿਆ ਕਰੋ। ਤੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਸਤ ਸੰਗਤ ਕਰ ਸਿਮਰੋ ਸਤਿਗੁਰ, ਅਪਰ ਰੂਪ ਧਰਮੈ ਪੁਨ ਆਏ। ਤੇ ਕਹਿਣ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੂਜਾ ਸਰੀਰ ਧਾਰਨ ਕਰਕੇ ਅਸੀਂ ਫਿਰ ਇੱਥੇ ਆਵਾਂਗੇ। ਗੁਰੂ ਸੰਤਤ ਸਭ ਮਿਲੈ ਸੇਵ ਕਰ, ਅੰਗ ਸੰਗ ਗੁਰ ਤੁਮੈ ਸਹਾਏ। ਤੇ ਕਹਿਣ ਲੱਗੇ ਜਿਹੜੇ ਸੰਤ ਪ੍ਰਭੂ ਦੇ ਪਿਆਰੇ ਆਉਣ ਵਾਲੇ ਹਨ, ਜਿਹੜਾ ਕੋਈ ਆਏ ਰਾਈ, ਜਿਹੜਾ ਕੋਈ ਲੋੜਵੰਦ ਆਉਂਦਾ ਹੈ, ਸਾਰਿਆਂ ਦੀ ਤੁਸੀਂ ਰਲ ਕੇ ਸੇਵਾ ਕਰੋ। ਤੇ ਇਸ ਤਰ੍ਹਾਂ ਫਿਰ ਗੁਰੂ ਤੁਹਾਡਾ ਸਹਾਇਕ ਹੋਏਗਾ, ਤੁਹਾਡੀ ਸੇਵਾ ਪ੍ਰਵਾਨ ਹੋਏਗੀ, ਤੁਹਾਡਾ ਜੀਵਨ ਇਸ ਸੇਵਾ ਦੇ ਕਰਕੇ ਹੀ ਸਫਲ ਹੋਏਗਾ। ਜੋਧ ਰਾਏ ਦੇ ਸੰਗ ਬ੍ਰਿੰਦ ਨਰ, ਚਰਨ ਕਮਲ ਟੇਕਿਓ ਸਿਰ ਆਏ। ਔਰ ਉਤਨੇ ਨੂੰ ਰਾਏ ਜੋਧ ਸ਼ਾਹ ਵੀ ਆਪਣੇ ਸੈਨਿਕਾਂ ਦੇ ਸਮੇਤ ਅਨੇਕਾਂ ਨੌਕਰਾਂ ਦੇ ਨਾਲ, ਪਰਿਵਾਰ ਦੇ ਨਾਲ, ਰਾਏ ਜੋਧ ਸ਼ਾਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ। ਤੇ ਸਾਰਿਆਂ ਨੂੰ ਨਾਲ ਲੈ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ, ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਦਾ ਹੈ। ਭਏ ਅਰੁਡਨ ਸਤਿਗੁਰ ਸੁਆਮੀ, ਪਹੁੰਚਾਵਨ ਹਿਤ ਸਾਥ ਸਿਧਾਏ। ਔਰ ਫਿਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਗਏ ਹਨ ਸਤਿਗੁਰੂ ਜੀ। ਔਰ ਇਹ ਸਾਰੇ ਜਿਹੜੇ ਭਾਈ ਰੂਪਾ ਜੀ, ਭਾਈ ਸਾਧੂ ਜੀ, ਰਾਏ ਜੋਧ ਸ਼ਾਹ ਔਰ ਸਾਰੀ ਜਿਹੜੀ ਸੰਗਤ ਹੈ, ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਬਹੁਤ ਬੜਾ ਸਨੇਹ ਬਣ ਚੁੱਕਾ ਹੈ। ਤੇ ਸਤਿਗੁਰਾਂ ਤੋਂ ਕੀਮਤ ਗਿਆਨਮਈ ਬਚਨ ਸੁਣ ਸੁਣ ਕੇ ਜਿਨ੍ਹਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ, ਬਹੁਤ ਪਿਆਰ ਬਣਿਆ ਕੁਝ ਕੁ ਦਿਨਾਂ ਦੇ ਵਿੱਚ ਸੰਗਤ ਦਾ। ਅੱਜ ਪਾਤਸ਼ਾਹ ਜੀ ਚੱਲਣ ਲੱਗੇ ਹਨ ਤੇ ਬੇਅੰਤ ਗੁਰੂ ਕੀ ਸੰਗਤ, ਰਾਏ ਜੋਧ ਸ਼ਾਹ ਸਾਰੇ ਪਹੁੰਚ ਗਏ ਹਨ। ਧੁੰਦ ਬਜੇ ਨਕੀਵ ਪੁਕਾਰਤ, ਸੈਨਾ ਚਲੀ ਮਨੋ ਦਰਿਆਏ। ਔਰ ਹੁਣ ਉੱਚੀ ਸਾਰੀ ਨਗਾਰਿਆਂ ਤੇ ਚੋਟ ਵੱਜੀ ਹੈ ਤੇ ਸਨੇਹ ਲਾਉਣ ਵਾਲੇ ਉੱਚੀ ਉੱਚੀ ਕਹਿ ਰਹੇ ਸਨ ਕਿ ਭਾਈ ਚਲੋ ਚਾਲਾ ਪਾਉਣਾ ਹੈ। ਔਰ ਫਿਰ ਸਾਰੀ ਜਿਹੜੀ ਸੈਨਾ ਹੈ, ਦਲ ਹੈ, ਤਿਆਰ ਹੋ ਗਏ ਹਨ ਸਤਿਗੁਰਾਂ ਦੇ। ਸੈਨਾ ਚਲੀ ਮਨੋ ਦਰਿਆਏ, ਕਹਿਣ ਲੱਗੇ ਇਸ ਤਰ੍ਹਾਂ ਸੈਨਾ ਚੱਲ ਪਈ ਹੈ ਜਿਸ ਤਰ੍ਹਾਂ ਵੱਡਾ ਜਿਹੜਾ ਦਰਿਆ ਉਹਦੇ ਪਾਣੀ ਦਾ ਵਹਾਅ ਚੱਲਦਾ ਹੈ ਐ ਇੱਕ ਪਾਸੇ ਨੂੰ, ਇਸ ਤਰ੍ਹਾਂ ਲਾਈਨ ਦੇ ਵਿੱਚ ਵੱਡੀ ਜਿਹੜੀ ਪਾਤਸ਼ਾਹ ਜੀ ਦੀ ਸੈਨਾ ਚੱਲੀ ਹੈ। ਏਕ ਕੋਸ ਪਰ ਥਿਰ ਹੋਏ ਬੋਲੇ, ਹਟੋ ਅਬੈ ਸਾਦਰ ਹਿਤ ਆਏ। ਤੇ ਇੱਕ ਕੋਹ ਤੇ ਜਾ ਕਰਕੇ ਪਾਤਸ਼ਾਹ ਜੀ ਨੇ ਫਿਰ ਜਿਹੜੇ ਗੁਰੂ ਕੇ ਪਿਆਰੇ ਸਨ, ਸੇਵਕ ਨਗਰ ਵਾਸੀ ਸਾਰੇ ਨਾਲ ਨਾਲ ਚੱਲਦੇ ਆ ਰਹੇ ਸਨ, ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਆ ਰਹੇ ਸਨ। ਗਰੀਬਨ ਕਰਕੇ ਰੁਕ ਗਏ ਹਨ। ਸਤਿਗੁਰੂ ਜੀ ਥਿਰ ਹੋਏ ਤੇ ਬੋਲੇ, ਹਟੋ ਅਬੈ ਸਾਦਰ ਹਿਤ ਆਏ। ਕਹਿਣ ਲੱਗੇ ਕਿ ਭਾਈ ਤੁਸੀਂ ਵਿਦਾ ਕਰਨ ਵਾਸਤੇ ਆਏ ਹੋ, ਵਾਪਸ ਜਾਓ, ਘਰਾਂ ਨੂੰ ਪਰਤ ਜਾਵੋ ਜੀ। ਉਤਰ ਤਰੰਗ ਤੇ ਜੋਧ ਰਾਏ, ਤਬ ਅਦਕ ਪ੍ਰੇਮ ਤੇ ਪਕਰੇ ਪਾਏ। ਤੇ ਰਾਏ ਜੋਧ ਸ਼ਾਹ ਜਿਹਦਾ ਬਹੁਤ ਵੱਡਾ ਸਨੇਹ ਪਾਤਸ਼ਾਹ ਜੀ ਨਾਲ, ਵਾਰ-ਵਾਰ ਬੇਨਤੀ ਕਰਦਾ ਪਾਤਸ਼ਾਹ ਜੀ ਨਾਲ ਚੱਲਣਾ ਹੈ। ਤੇ ਇੱਕ ਵਾਰੀ ਫਿਰ ਘੋੜੇ ਤੋਂ ਉਤਰਿਆ ਹੈ ਤੇ ਕਾਲੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰੇਮ ਦੇ ਨਾਲ, ਅਥਾਹ ਸ਼ਰਧਾ ਦੇ ਨਾਲ ਬੰਦਨਾ ਕਰਦਾ ਹੈ। ਉਤਰ ਤਰੰਗ ਤੇ ਜੋਧ ਰਾਏ, ਤਬ ਅਦਕ ਪ੍ਰੇਮ ਤੇ ਪਕੜੇ ਪਾਏ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਪਾਂਵ ਇਹਨੇ ਪਕੜੇ ਹਨ। ਆਪਣੇ ਗਿਆਨ ਯਾਦ ਕਰੋ ਮੁਝ ਰੱਖੋ, ਲੇਵ ਮਿਲਾਏ ਆਪ ਸਹਿਸਾਏ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਨੂੰ ਆਪਣਾ ਦਾਸ ਨਿਮਾਣਾ ਜਿਹਾ ਸੇਵਕ ਸਮਝਿਓ। ਹੇ ਸਤਿਗੁਰੂ ਜੀ, ਤੇ ਮੈਨੂੰ ਛੇਤੀ ਸੁਨੇਹਾ ਭੇਜਿਓ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਵਾਂ, ਤੁਹਾਨੂੰ ਆ ਕੇ ਮਿਲਾਂ।
ਯਾਦ ਮੁਝ ਰੱਖੋ, ਲਿਹੋ ਮਿਲਾਏ ਆਪ ਸਹਿਸਾਏ। ਜਦੋਂ ਤੁਹਾਨੂੰ ਭਾਵੇਂ ਮੈਨੂੰ ਯਾਦ ਜ਼ਰੂਰ ਕਰਿਓ, ਮੈਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਾਂਗਾ। ਨਹਿ ਬਿਸਰਨ ਕੋ ਮਨ ਕਬ ਮਿਟਰ ਜਾਏ। ਪਾਤਸ਼ਾਹ ਜੀ, ਮੇਰਾ ਮਨ ਤਾਂ ਨਹੀਂ ਕਰਦਾ ਤੁਹਾਡੇ ਨਾਲੋਂ ਵਿਛੜਨ ਦਾ, ਤੁਹਾਡੇ ਨਾਲ ਜਾਵਾਂ ਲੰਮਾ ਸਮਾਂ, ਪਰ ਗਰੀਬ ਨਿਵਾਜ ਤੁਹਾਡੀ ਆਗਿਆ ਹੋਈ ਹੈ ਕਿ ਇੱਥੇ ਰਹਿ ਕਰਕੇ ਮਾਲਕ ਦੀ ਬੰਦਗੀ ਦੇ ਵਿੱਚ, ਸਿਮਰਨ ਦੇ ਵਿੱਚ ਜੁੜਨਾ ਹੈ। ਤੇ ਸਤਿਗੁਰੂ ਜੀ, ਤੁਹਾਡੀ ਆਗਿਆ ਮੈਂ ਮੋੜ ਨਹੀਂ ਸਕਦਾ। ਤੁਹਾਡੀ ਜਿਹੜੀ ਰਜ਼ਾ ਹੈ, ਹੁਕਮ ਹੈ। ਆਪਾਂ ਬਚਨ ਕੱਲ ਵੀ ਸ਼ਾਇਦ ਪੜ੍ਹ ਰਹੇ ਸੀਗੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾ ਖਾਏ। ਗੁਰੂ ਕਾ ਸਿੱਖ ਹੋਈ ਹੈ ਜਿਹੜਾ ਸਤਿਗੁਰਾਂ ਦਾ ਬਚਨ ਉਸੇ ਵੇਲੇ ਝਾਟੀ ਸਤ ਬਚਨ ਕਰਕੇ ਮੰਨ ਜਾਏ। ਪਾਤਸ਼ਾਹ ਮਨ ਤਾਂ ਕਰਦਾ ਸੀ ਨਾਲ ਜਾਣ ਦਾ, ਪਰ ਜਿਹੜੀ ਤੁਹਾਡੀ ਰਜ਼ਾ ਹੈ, ਤੁਹਾਡਾ ਹੁਕਮ ਹੈ, ਉਹਨੂੰ ਸਤ ਬਚਨ ਕਰਦਾ ਹੋਇਆ ਮੈਂ ਇੱਥੇ ਟਿਕਾਂਗਾ। ਪਰ ਬੇਨਤੀ ਹੈ, ਜਦੋਂ ਇੱਧਰ ਆਓਗੇ ਮੈਨੂੰ ਯਾਦ ਕਰਿਓ, ਮੈਂ ਫਿਰ ਤੁਹਾਡੇ ਨਾਲ ਮਿਲਾਂਗਾ। ਤੁਮਰੋ ਸੰਗ ਸਰਬ ਤੇ ਉਤਮ, ਅਵਚਲ ਆਨੰਦ ਜਿਨੋ ਤੇ ਪਾਏ। ਸਤਿਗੁਰੂ ਜੀ, ਤੁਹਾਡਾ ਜਿਹੜਾ ਸੰਗ ਹੈ, ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਰਹਿਣ ਦਾ ਆਨੰਦ ਹੈ। ਹੁਣ ਰਾਏ ਜੋਧ ਸ਼ਾਹ ਇੱਕ ਉੱਥੋਂ ਦਾ ਛੋਟੀ ਜਿਹੀ ਰਿਆਸਤ ਦਾ ਮਾਲਕ ਸੀਗਾ। ਇਹਦੇ ਕੋਲ ਸੈਨਾ ਵੀ ਹੈ, ਮਹਿਲ ਵੀ ਹਨ, ਸਾਰੇ ਸੁੱਖ ਸਹੂਲਤਾਂ ਆਪਣੇ ਤੌਰ ਤੇ ਪਹਿਲਾਂ ਲੜੇ ਤੇ ਜਿੱਤੇ ਹਨ। ਕਿਸੇ ਚੀਜ਼ ਦੀ ਘਰ ਦੇ ਵਿੱਚ ਕਮੀ ਨਹੀਂ ਹੈ। ਪਰ ਕਹਿਣ ਲੱਗਿਆ, ਪਾਤਸ਼ਾਹ ਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ, ਤੁਮਰੋ ਸੰਗ ਸਰਬ ਤੇ ਉਤਮ, ਅਬ ਚਲ ਆਨੰਦ ਜਿਨੋ ਤੇ ਪਾਏ। ਪਾਤਸ਼ਾਹ, ਤੁਹਾਡੇ ਚਰਨਾਂ ਦੇ ਵਿੱਚ ਰਹਿਣਾ, ਤੁਹਾਡੇ ਨਾਲ ਜੁੜਨਾ, ਜਿੰਨੇ ਵੀ ਦੁਨਿਆਵੀ ਹੋਰ ਸੁੱਖ ਹਨ, ਰਸ ਹਨ, ਇਹਨਾਂ ਸਾਰੇ ਸੁੱਖਾਂ ਦੇ ਆਨੰਦਾਂ ਦੇ ਵਿੱਚੋਂ ਸਾਰਿਆਂ ਦੇ ਵਿੱਚ ਨਾਲੋਂ ਵੱਡਾ ਆਨੰਦ ਹੈ ਤੁਹਾਡੀ ਸੰਗਤ ਪ੍ਰਾਪਤ ਹੋ ਜਾਣੀ, ਤੁਹਾਡੇ ਨਾਲ ਜੁੜਨਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸਲ ਦੇ ਵਿੱਚ ਆਨੰਦ ਕੀ ਹੈ? ਉਹ ਤਾਂ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਨਾਲ ਜੁੜ ਕੇ, ਸਿਮਰਨ ਕਰਕੇ, ਬੰਦਗੀ ਕਰਕੇ ਪਤਾ ਲੱਗਾ ਹੈ ਕਿ ਅਸਲੀ ਆਨੰਦ ਹੁੰਦਾ ਕੀ ਹੈ। ਅਸੀਂ ਤਾਂ ਦੁਨਿਆਵੀ ਆਨੰਦਾਂ ਦੇ ਪਿੱਛੇ, ਰਸਾਂ ਕਸਾਂ ਦੇ ਪਿੱਛੇ ਦੌੜਦੇ ਸੀਗੇ। ਹੇ ਪਾਤਸ਼ਾਹ, ਅਸਲ ਦੇ ਵਿੱਚ ਜਿਹੜਾ ਆਨੰਦ ਹੈ ਉਹ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੈ। ਇਸ ਕਰਕੇ ਬਚਨ ਕੀਤਾ, ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਤੁਮਰੇ ਸੰਗ ਸਰਬ ਤੇ ਉਤਮ, ਅਬ ਚਲ ਆਨੰਦ ਜਿਨੋ ਤੇ ਪਾਏ। ਜਿਹੜਾ ਤੁਹਾਡੇ ਚਰਨਾਂ ਦੇ ਵਿੱਚੋਂ ਆਨੰਦ ਹੈ, ਉਹ ਇੰਜ ਲੱਗਦਾ ਹੈ ਕਿ ਉਹ ਸਦੀਵ ਹੈ, ਉਹ ਹਮੇਸ਼ਾ ਵਾਸਤੇ ਹੀ ਹੈ। ਇਹ ਖੇੜਾ ਹੁਣ ਜ਼ਿੰਦਗੀ ਦੇ ਵਿੱਚੋਂ ਜਾਏਗਾ ਨਹੀਂ। ਆਹ ਦੁਨਿਆਵੀ ਰਸ ਹੈ, ਆਪਾਂ ਕੁਝ ਖਾ ਰਹੇ ਹਾਂ, ਉਹਨਾਂ ਕੁ ਚਿਰ ਬੜੇ ਖੁਸ਼ ਹਾਂ, ਪ੍ਰਸੰਨ ਹਾਂ। ਜੇ ਸਵੇਰੇ ਕੁਝ ਚੰਗਾ ਖਾਧਾ ਹੈ ਤੇ ਬੜੇ ਖੁਸ਼, ਭਾਈ ਬੜਾ ਸਵਾਦ ਬਣਿਆ ਹੈ, ਤੇ ਕੁਝ ਦਿਨਾਂ ਬਾਅਦ ਉਹ ਰਸ ਚਲਿਆ ਜਾਂਦਾ ਹੈ। ਦੁਪਹਿਰੇ ਕਈ ਵਾਰੀ ਲੜ ਵੀ ਪੈਂਦੇ ਕਿ ਭਾਈ ਅੱਜ ਆਹ ਚੀਜ਼ ਸਹੀ ਨਹੀਂ ਬਣੀ। ਉਸੇ ਵੇਲੇ ਸਵੇਰ ਵਾਲਾ ਆਨੰਦ ਖਤਮ ਹੋ ਗਿਆ। ਕਿਸੇ ਨੂੰ ਪਹਿਨਣ ਦਾ, ਕਿਸੇ ਨੂੰ ਖਾਣ ਦਾ ਆਨੰਦ ਹੈ, ਕਿਸੇ ਨੂੰ ਕੁਛ ਦੇਖਣ ਦਾ, ਘੁੰਮਣ ਫਿਰਨ ਦਾ ਆਨੰਦ ਹੈ। ਖੁਸ਼ ਹੁੰਦੇ ਹਨ ਸੰਸਾਰ ਦੀਆਂ ਚੀਜ਼ਾਂ ਦੇਖ ਕੇ। ਕਿਸੇ ਨੂੰ ਗੱਲਾਂ ਕਰਨ ਦਾ ਆਨੰਦ ਹੈ, ਕਿਸੇ ਨੂੰ ਕੁਛ ਦੇਖਣ ਦਾ, ਘੁੰਮਣ ਦਾ, ਖਾਣ ਦਾ, ਪੀਣ ਦਾ, ਪਹਿਨਣ ਦਾ, ਵੱਖਰੇ ਵੱਖਰੇ ਰਸਾਂ ਕਸਾਂ ਦੇ ਲੱਗੇ ਹੋਏ ਹਨ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ, ਜਦੋਂ ਕੋਈ ਗੁਰੂ ਕੇ ਚਰਨਾਂ ਪ੍ਰਾਪਤ ਕਰਦਾ ਹੈ, ਜਿਹੇ ਰਸ ਬਿਸਰ ਔਰ ਸਦੀਵ ਪੈਦਾ ਹੁੰਦਾ ਹੈ, ਰਸ ਕਸ ਭੁੱਲ ਜਾਂਦੇ ਹਨ, ਇਹ ਫਿੱਕੇ ਲੱਗਣ ਲੱਗ ਜਾਂਦੇ ਹਨ। ਤੇ ਸਤਿਗੁਰਾਂ ਤੋਂ ਚਰਨਾਂ ਦੇ ਵਿੱਚ ਕਰਦਾ ਹੈ ਰਾਏ ਜੋਧ ਸ਼ਾਹ, ਪਾਤਸ਼ਾਹ ਜਿਹੜਾ ਤੁਹਾਡੇ ਚਰਨਾਂ ਦੇ ਵਿੱਚੋਂ, ਭਗਤੀ ਦੇ ਵਿੱਚੋਂ ਖੇੜਾ ਤੇ ਆਨੰਦ ਰਸ ਮਿਲਿਆ ਹੈ, ਉਹ ਹਮੇਸ਼ਾ ਵਾਸਤੇ ਹੈ, ਉਹ ਪੱਕਾ ਹੈ। ਤੇ ਗਰੀਬ ਨਿਵਾਜ ਜੀਵਨ ਧਨ ਹੋ ਗਿਆ ਹੈ, ਸਫਲ ਹੋ ਗਿਆ ਹੈ। ਸਤਿਗੁਰ ਕਹਿਓ ਮਿਲਿਓ ਤੈ ਨਿਤ ਹੀ, ਲੋਕ ਪਰਲੋਕੈ ਗੁਰੂ ਸਹਾਇ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਕਿ ਭਾਈ ਇਹ ਖੇੜਾ ਇਸੇ ਤਰ੍ਹਾਂ ਹੀ ਬਣਿਆ ਰਹੇਗਾ। ਲੋਕ ਪਰਲੋਕੈ ਗੁਰੂ ਸਹਾਇ। ਗੁਰੂ ਨਾਨਕ ਸਾਹਿਬ ਜੀ ਲੋਕ ਪਰਲੋਕ ਦੇ ਵਿੱਚ ਭਗਤੀ ਕਰੋ, ਉਹ ਪਾਤਸ਼ਾਹ ਜੀ ਸਹਾਇਕ ਹੋਣਗੇ। ਜੋ ਸੰਤਤ ਕੋ ਹਮਰੀ ਸੰਤਤ ਪੈਖ, ਸੇਵਾ ਕੋ ਆਨੰਦ ਪਾਏ।
ਤੇ ਕਹਿਣ ਲੱਗੇ ਜਿਹੜੀ ਅਗਾਂਹ ਤੁਹਾਡੀ ਕੁੱਲ ਹੋਏਗੀ, ਤੁਹਾਡੀ ਕੁੱਲ ਦੇ ਵਿੱਚ, ਤੁਹਾਡੀ ਵੰਸ਼ ਦੇ ਵਿੱਚ ਅੱਗੇ ਜਿਹੜਾ ਪਰਿਵਾਰ ਹੋਏਗਾ, ਤੇ ਜਿਸ ਤਰ੍ਹਾਂ ਤੁਹਾਡਾ ਸਾਡੇ ਨਾਲ ਪਿਆਰ ਹੈ, ਉਸੇ ਤਰ੍ਹਾਂ ਸਾਡੀ ਜਿਹੜੀ ਵੰਸ਼ ਹੋਏਗੀ ਅਗਾਂਹ ਗੁਰੂ ਆਉਣ ਵਾਲੇ, ਉਹਨਾਂ ਦੇ ਨਾਲ ਤੁਹਾਡੇ ਪਰਿਵਾਰ ਦਾ ਪਿਆਰ ਬਣਿਆ ਰਹੇਗਾ। ਇਹ ਪਿਆਰ ਲੰਮਾ ਚੱਲੇਗਾ। ਆਉਣ ਵਾਲੇ ਸਮੇਂ ਦੇ ਵਿੱਚ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਤਵ ਸੰਤਤ ਕੋ ਹਮਰੀ ਸੰਤਤ ਪਿਖ ਸੇਵਾ ਕੋ ਆਨੰਦ ਉਪਾਏ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਪਰਿਵਾਰ ਸਾਡੇ ਪਰਿਵਾਰ ਦੀ ਸੇਵਾ ਕਰਕੇ ਹੋਰ ਵੀ ਕਈ ਤਰ੍ਹਾਂ ਦੇ ਸੁੱਖ ਆਨੰਦ ਪ੍ਰਾਪਤ ਕਰੇਗਾ। ਗੁਰ ਘਰ ਸੋ ਬੜ ਮੇਲ ਭਇਓ ਸ਼ੁਭ, ਜਾਂ ਤੇ ਰਹੋ ਸਦਾ ਸੁਖ ਪਾਏ। ਤੇ ਗੁਰੂ ਘਰ ਦੇ ਨਾਲ ਤੁਹਾਡਾ ਬਹੁਤ ਗੂੜਾ ਜਿਹੜਾ ਸਨੇਹ ਹੈ, ਪਿਆਰ ਬਣ ਗਿਆ ਹੈ ਕਈ ਪੀੜ੍ਹੀਆਂ ਦਾ। ਗੁਰ ਘਰ ਸੋ ਬੜ ਮੇਲ ਭਇਓ ਸ਼ੁਭ, ਜਾਤੇ ਰਹੋ ਸਦਾ ਸੁਖ ਪਾਏ। ਤੇ ਜਿਹਦੇ ਕਰਕੇ ਏਡੀ ਵੱਡੀ ਸੇਵਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਲੰਮਾ ਸਮਾਂ ਤੁਹਾਡੇ ਘਰ ਦੇ ਵਿੱਚ ਸਿੱਖੀ ਦੀ ਜਿਹੜੀ ਦਾਤ ਰਹੇਗੀ, ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਤਰਨਗੀਆਂ, ਆਨੰਦ ਰਸ ਪ੍ਰਾਪਤ ਕਰਨਗੀਆਂ। ਵਿਗਣ ਬਰਿੰਦ ਜੇ ਵਿਵਿਧ ਵਿਦਨ ਕੇ ਭਏ, ਵਿਨਾਸ਼ਨ ਬਣੈ ਨਾ ਕਾਏ। ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ, ਅਨੇਕਾਂ ਤਰ੍ਹਾਂ ਦੇ ਜਿਹੜੇ ਵਿਗਨ ਹਨ ਉਹ ਕੱਟੇ ਜਾਣਗੇ। ਵਿਗਨ ਬਰਿੰਦ ਜੇ ਵਿਵਿਧ ਵਿਦਨ ਕੇ, ਕਈ ਤਰ੍ਹਾਂ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਆਦ ਵਿਆਦ ਉਪਾਦ ਦੇ ਜਿਹੜੇ ਦੁੱਖ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਇਸ ਸਿਮਰਨ ਦੇ ਵਿੱਚ ਨਾਲ ਜੁੜਿਆ ਸਤਿਗੁਰਾਂ ਨੇ ਬਚਨ ਕੀਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨ ਕਰਨ ਦੇ ਨਾਲ ਅਨੇਕਾਂ ਤਰ੍ਹਾਂ ਦੇ ਕਲ ਕਲੇਸ਼ ਤਨ ਮਾਹੇ ਮਿਟਾਵੋ। ਕਈ ਤਰ੍ਹਾਂ ਦੇ ਕਲੇਸ਼ ਮਿਟ ਜਾਂਦੇ ਹਨ ਤੇ ਸਦੀਵ ਕਾਲ ਵਾਸਤੇ ਸੁੱਖ ਪ੍ਰਾਪਤ ਹੋ ਜਾਂਦਾ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ, ਸਿਮਰਨ ਕਰੋ, ਆਪ ਵੀ ਤਰੋਗੇ, ਤੁਹਾਡਾ ਪਰਿਵਾਰ ਵੀ ਤਰੇਗਾ, ਤੇ ਲੰਮੇ ਸਮੇਂ ਵਾਸਤੇ ਅਨੇਕਾਂ ਕਲੇਸ਼ ਮਿਟ ਜਾਣਗੇ, ਤੇ ਗੁਰੂ ਘਰ ਦੇ ਨਾਲ ਤੁਹਾਡਾ ਪ੍ਰੇਮ ਬਣੇਗਾ, ਜੀਵਨ ਸਫਲ ਹੋ ਜਾਏਗਾ। ਇਮ ਕਹਿ ਕਰਿਓ ਹਟਾਵਨ ਘਰ ਕੋ, ਗਇਓ ਚਰਨ ਪੰਕਜ ਲਪਟਾਏ। ਔਰ ਇਸ ਤਰ੍ਹਾਂ ਦੇ ਬੇਅੰਤ ਬਚਨ ਕਰਕੇ ਸਤਿਗੁਰਾਂ ਨੇ ਨਗਰ ਤੋਂ ਬਹੁਤ ਬਾਹਰ ਦੂਰ ਤੱਕ ਜਿਹੜੀ ਸੰਗਤ ਆ ਚੁੱਕੀ ਹੈ, ਰਾਏ ਜੋਧ ਦੇ ਨਾਲ, ਭਾਈ ਰੂਪੇ ਦੇ ਨਾਲ, ਭਾਈ ਸਾਧੂ ਜੀ ਦੇ ਨਾਲ, ਬੇਅੰਤ ਹੋਰ ਗੁਰੂ ਕੇ ਪਿਆਰੇ ਨਾਲ ਹਨ, ਸੰਗਤ ਆ ਚੁੱਕੀ ਹੈ। ਸਤਿਗੁਰਾਂ ਨੇ ਨਗਰ ਤੋਂ ਤਕਰੀਬਨ ਕੋਹ ਦੂਰ ਜਾ ਕਰਕੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਹੈ ਕਿ ਭਾਈ ਹੁਣ ਵਾਪਸ ਪਰਤੋ। ਸਤਿਗੁਰਾਂ ਨੇ ਸਾਰਿਆਂ ਨੂੰ ਹਟਾਇਆ ਹੈ। ਗਇਓ ਚਰਨ ਪੰਕਜ ਲਪਟਾਏ। ਵਾਰ-ਵਾਰ ਗੁਰੂ ਕੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹੋਏ, ਸਤਿਗੁਰਾਂ ਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾਉਂਦੇ ਹੋਏ, ਬੇਅੰਤ ਜਿਹੜੀ ਸੰਗਤ ਹੈ ਪਿਆਰ ਵਾਲੀ, ਮਾਲਵੇ ਦੀ ਧਰਤੀ ਵਾਲੀ ਵਾਪਸ ਪਰਤ ਰਹੀ ਹੈ। ਗਮਨਤ ਮੁਰਮਰ ਪਾਛੇ ਰਤ, ਜਿਸ ਕੈ ਹਿਰਦੈ ਪ੍ਰੀਤ ਅਧਿਕਾਏ। ਤੇ ਜਿਹੜੇ ਬਹੁਤ ਸਨੇਹ ਕਰਨ ਵਾਲੇ ਹਨ, ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਕਹਿਣ ਲੱਗੇ ਕਿ ਉਹ ਜਿਵੇਂ ਪਾਤਸ਼ਾਹ ਜੀ ਚੱਲੇ ਹਨ ਤੇ ਵਾਪਸ ਮੁੜ ਮੁੜ ਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖ ਰਹੇ ਹਨ, ਕਿਤੇ ਹੋਰ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਦੀਦਾਰ ਪ੍ਰਾਪਤ ਹੋ ਜਾਣ। ਗਮਨਤ ਮੁਰ ਮੁਰ ਪਾਛੇ ਹੀਰਤ, ਜਿਸ ਕੈ ਹਿਰਦੈ ਪ੍ਰੀਤ ਅਧਿਕਾਏ। ਜਿਨ੍ਹਾਂ ਦੇ ਮਨਾਂ ਦੇ ਵਿੱਚ ਬੇਅੰਤ ਪ੍ਰੀਤੀ ਹੈ, ਉਹਨਾਂ ਦਾ ਮਨ ਨਹੀਂ ਕਰਦਾ, ਵਾਰ-ਵਾਰ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੇ ਹਨ। ਸਿਮਰਤ ਸਤਿਗੁਰ ਮੂਰਤ ਔਰ ਧਰ, ਕਰਤ ਸਹਾਰਨ ਜਨਨ ਸੁਨਾਏ। ਔਰ ਫਿਰ ਸਤਿਗੁਰਾਂ ਦੀ ਮੂਰਤ, ਸਤਿਗੁਰਾਂ ਦਾ ਚਿਹਰਾ ਉਹਨਾਂ ਦੇ ਦਿਲਾਂ ਦੇ ਵਿੱਚ ਵਸ ਗਿਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਏਡੀ ਵੱਡੀ ਮੁਹੱਬਤ ਬਣੀ ਹੈ। ਕਹਿਣ ਲੱਗੇ, ਸਿਮਰਤ ਸਤਿਗੁਰ ਮੂਰਤ ਔਰ ਧਰ, ਕਰਤ ਸਰਾਹਨ ਜਨਨ ਸੁਨਾਏ। ਆਪਸ ਦੇ ਵਿੱਚ ਮਿਲ ਮਿਲ ਕੇ ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੀਆਂ, ਸਤਿਗੁਰਾਂ ਦੇ ਜੀਵਨ ਦੀਆਂ ਕਈ ਵਾਰਤਾਂ ਕਰਕੇ, ਬਚਨ ਵਿਲਾਸ ਕਰਕੇ ਖਿੜਦੇ ਹਨ, ਪ੍ਰਸੰਨ ਹੁੰਦੇ ਹਨ, ਗੁਰੂ ਘਰ ਦੀ ਕੀਰਤੀ ਕਰਦੇ ਹਨ, ਰਲ ਕੇ ਸਿਮਰਨ ਕਰਕੇ ਨਿਹਾਲ ਹੋ ਰਹੇ ਹਨ। ਨਹੀਂ ਗਰੀਬ ਨਿਵਾਜ ਗੁਰੂ ਸਮ, ਦਾਸਨ ਸੁਖਦ ਰਿਪਨ ਸੁ ਦੁਖਦਾਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਗਾ ਕੋਈ ਸੰਸਾਰ ਦੇ ਵਿੱਚ ਦੂਜਾ ਗੁਰੂ ਨਹੀਂ ਹੈ। ਨਹੀਂ ਗਰੀਬ ਨਿਵਾਜ ਗੁਰੂ ਸਮ, ਗਰੀਬਾਂ ਨੂੰ, ਅਮੀਰਾਂ ਨੂੰ, ਵੱਡਿਆਂ ਨੂੰ ਨਿਵਾਜ ਦੇ ਬੜੇ ਦੇਖੇ ਹਨ ਮੁਹੱਬਤ ਕਰਦੇ ਹੋਏ।
ਪਰ ਨੀਵਿਆਂ ਨੂੰ ਨਿਵਾਜਣ ਵਾਲੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬਾਂ ਨੂੰ ਨਿਵਾਜਣ ਵਾਲੇ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਸਤਿਗੁਰੂ ਜੀ ਤਾਂ ਉਹਨਾਂ ਦੇ ਨਾਲ ਰਹੇ ਜਿਹੜੇ ਆਪਣੇ ਆਪ ਨੂੰ, ਜਿਨ੍ਹਾਂ ਨੇ ਨਿਮਰਤਾ ਦੇ ਵਿੱਚ ਰੱਖਿਆ, ਜਿਨ੍ਹਾਂ ਨੇ ਜਿਹੜੇ ਨੀਵੇਂ ਹੋ ਕੇ ਉਹਨਾਂ ਦੇ ਵਿੱਚ ਆਏ। ਸਤਿਗੁਰਾਂ ਨੇ ਉਹਨਾਂ ਤੇ ਕਹਿਣ ਲੱਗੇ ਕਿ ਹੁਣ ਗਰੀਬਾਂ ਨਿਵਾਜਣ ਵਾਲੇ ਛੇਵੇਂ ਪਾਤਸ਼ਾਹ, ਨਹੀਂ ਗਰੀਬ ਨਿਵਾਜ ਗੁਰੂ ਸਭ, ਦਾਸਨ ਸੁਖਦ। ਜਿਹੜੇ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਜਾਣ ਉਹਨਾਂ ਨੂੰ ਆਨੰਦ ਹੀ ਆਨੰਦ ਹੈ। ਤੇ ਕਹਿਣ ਲੱਗੇ ਸੁਖਦ ਰਿਪਨ ਦੁਖਦਾਏ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਚਰਨਾਂ ਦੇ ਨਾਲ ਜੁੜ ਜਾਣ ਉਹ ਆਨੰਦ ਦੇ ਵਿੱਚ ਹਨ। ਤੇ ਜਿਨ੍ਹਾਂ ਨੇ ਫਿਰ ਦੁਸ਼ਮਣੀ ਕੀਤੀ ਹੈ ਉਹ ਭਾਵੇਂ ਬਾਦਸ਼ਾਹ ਵਰਗੇ ਵੀ ਹੋਣ, ਵੱਡੇ ਵੱਡੇ ਅਹਿਲਕਾਰ, ਉਹਨਾਂ ਨੂੰ ਫਿਰ ਸਤਿਗੁਰਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਜੇ ਪਿਆਰ ਕਰਦੇ ਹਨ ਤੇ ਪਿਆਰ ਵੀ ਛੇਵੇਂ ਪਾਤਸ਼ਾਹ ਜੀ ਦਾ ਵਰਗਾ ਕੋਈ ਨਹੀਂ ਕਰ ਸਕਦਾ। ਜੇ ਕੋਈ ਦੁਸ਼ਮਣੀ ਕਰੇ ਤੇ ਫਿਰ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਉਹਨਾਂ ਦੀ ਭਾਵਨਾ ਦੇ ਮੁਤਾਬਕ ਫਿਰ ਉਹ ਵੀ ਵਰਤਾਰਾ ਵਰਤਾਉਂਦੇ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਕਲਾ ਸਮਰੱਥ ਹਨ। ਉਹਨਾਂ ਦੇ ਚਰਨਾਂ ਦੇ ਵਿੱਚ ਜਿਹੋ ਜਿਹੀ ਕੋਈ ਭਾਵਨਾ ਲੈ ਕੇ ਜਾਂਦਾ ਹੈ ਉਹੋ ਜਿਹਾ ਫਲ ਪ੍ਰਾਪਤ ਕਰ ਲੈਂਦਾ ਹੈ। ਸਾਧੂ ਰੂਪ ਚੰਦ ਕਰ ਬੰਧਨ ਹਟੇ, ਗੁਰ ਕੀ ਆਇਸ ਪਾਏ। ਤੇ ਹੁਣ ਭਾਈ ਸਾਧੂ ਜੀ, ਭਾਈ ਰੂਪ ਚੰਦ ਜੀ ਕਰ ਬੰਧਨ ਹਟੇ। ਇਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਪਛਾਂ ਹਟ ਗਏ ਹਨ। ਗੁਰ ਕੀ ਆਇਸ ਪਾਏ, ਗੁਰੂ ਦੀ ਆਗਿਆ ਪ੍ਰਾਪਤ ਕੀਤੀ ਹੈ। ਜਿਨ ਕੈ ਹਿਰਦੈ ਬਸੈ ਪ੍ਰਭ ਨਿਸ ਦਿਨ, ਕਿਆ ਮਹਿਮਾ ਤਿਨ ਕਉ ਬਨਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮੇਰੇ ਪਾਤਸ਼ਾਹ ਵਸਦੇ ਹਨ, ਜਿਹੜੇ ਦਿਲੋਂ ਗੁਰੂ ਦੇ ਨਾਲ ਪਿਆਰ ਕਰਦੇ ਹਨ। ਤੇ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਜਿਹੜੇ ਦਿਲੋਂ ਗੁਰੂ ਦੇ ਨਾਲ ਪਿਆਰ ਕਰਨ ਉਹਨਾਂ ਦੀ ਮਹਿਮਾ ਕੌਣ ਕਹਿ ਸਕਦਾ ਹੈ। ਉਹਨਾਂ ਦੀ ਮਹਿਮਾ ਬਿਆਨ ਨਹੀਂ ਹੋ ਸਕਦੀ। ਜਿਨ੍ਹਾਂ ਦਾ ਪਿਆਰ ਗੁਰੂ ਘਰ ਦੇ ਨਾਲ ਬਣ ਗਿਆ ਹੈ, ਜਿਨ੍ਹਾਂ ਦਾ ਪਿਆਰ ਛੇਵੇਂ ਪਾਤਸ਼ਾਹ ਜੀ ਨਾਲ ਬਣ ਗਿਆ ਹੈ। ਆ ਕੁਝ ਕੁ ਸਮਾਂ ਪਹਿਲਾਂ ਦਾਸ ਦੇ ਕਮਰੇ ਦੇ ਵਿੱਚ ਇੱਥੋਂ ਦਾ ਹੀ ਇੱਕ ਪ੍ਰੇਮੀ ਬੈਠਾ ਸੀਗਾ। ਕਹਿਣ ਲੱਗਿਆ ਕਿ ਭਾਈ ਅਸੀਂ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਾਂ ਤੇ ਮੇਰੀ ਪਤਨੀ ਠੀਕ ਨਹੀਂ ਸੀਗੀ। ਇੱਕ ਈਸਾਈ ਧਰਮ ਨੂੰ ਮੰਨਣ ਵਾਲੇ ਕੋਈ ਗਵਾਂਢ ਸੀਗਾ ਤੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਕਿਹਾ ਕਿ ਤੁਸੀਂ ਸਾਡੇ ਨਾਲ ਚੱਲੋ, ਆਪਾਂ ਪ੍ਰਾਰਥਨਾ ਕਰਾਂਗੇ ਤੁਹਾਡਾ ਦੁੱਖ ਮਿਟ ਜਾਏਗਾ। ਉਹ ਅੰਮ੍ਰਿਤਧਾਰੀ ਪਰਿਵਾਰ ਸੀਗਾ, ਪਤੀ ਤੇ ਪਤਨੀ। ਕਹਿਣ ਲੱਗੇ, ਫਿਰ ਪਤਨੀ ਨੇ ਜਵਾਬ ਦਿੱਤਾ ਸੀਗਾ ਕਿ ਇੱਕ ਹੀ ਖਸਮ ਦੇ ਨਾਲ ਜੁੜੀਏ ਤੇ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ। ਪਤੀ ਜਿਹੜਾ ਹੈ ਵਾਰ-ਵਾਰ ਧਾਰਨ ਕਰੀਏ ਤੇ ਲਾਜ ਨਹੀਂ ਰਹਿੰਦੀ, ਇੱਜ਼ਤ ਨਹੀਂ ਰਹਿੰਦੀ ਹੈ। ਇੱਕ ਪਤਨੀ ਜਿਹੜੀ ਹੈ ਨਾ, ਸਾਰਾ ਜੀਵਨ ਇੱਕ ਪਤੀ ਦੇ ਨਾਲ ਜੁੜ ਕੇ ਬਤੀਤ ਕਰੇ ਤੇ ਉਹਦੀ ਸੋਭਾ ਵਡਿਆਈ ਹੈ। ਤੇ ਜਿਹੜੀ ਇੱਕ ਦੇ ਨਾਲ ਨਾ ਜੁੜੇ, ਸਮਾਜ ਕੀ ਕਹਿੰਦਾ ਦੁਨੀਆ ਦੇ ਵਿੱਚ ਕਿਹੋ ਜਿਹੀ ਹਾਲਤ ਹੁੰਦੀ ਆਪਾਂ ਜਾਣਦੇ ਹੀ ਹਾਂ। ਇਸ ਕਰਕੇ ਗੁਰੂ ਜਿਹੜਾ ਹੈ, ਗੁਰੂ ਪੂਰਾ ਹੈ। ਜਿਹੜੇ ਪੂਰੇ ਦੇ ਨਾਲ ਜੁੜ ਗਏ ਤੇ ਜਿਹੜੇ ਇੱਕ ਦੇ ਹੋ ਗਏ ਉਹਨਾਂ ਦੀ ਇੱਜ਼ਤ ਹੈ, ਪੱਤ ਹੈ, ਵਡਿਆਈ ਹੈ, ਸੋਭਾ ਹੈ। ਤੇ ਜਿਨ੍ਹਾਂ ਦਾ ਪਤੀ ਇੱਕ ਨਹੀਂ ਹੈ, ਕਦੇ ਕਿਸੇ ਦੁਆਰੇ ਤੇ ਜਾਂਦੇ ਹਨ, ਕਦੇ ਕਿਸੇ ਤੇ। ਜੇ ਕਿਸੇ ਨੇ ਕਹਿਤਾ ਤੁਹਾਡਾ ਇਲਾਜ ਕਰਾ ਦੇਵਾਂਗੇ ਤਾਂ ਵੀ ਧਰਮ ਛੱਡ ਦਿੱਤਾ, ਤੁਹਾਡੇ ਬੱਚੇ ਪੜ੍ਹਾ ਦੇਵਾਂਗੇ ਤਾਂ ਵੀ ਧਰਮ ਛੱਡ ਦਿੱਤਾ। ਇਹ ਕਾਹਦੀ ਸਿੱਖੀ ਹੈ। ਇਸ ਕਰਕੇ ਜਿਹੜਾ ਪ੍ਰੇਮੀ ਹੈ, ਪ੍ਰੇਮੀਆਂ ਨੇ ਤਾਂ ਜਿਨ੍ਹਾਂ ਨੇ ਪ੍ਰੇਮ ਕੀਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਣ ਨਾ ਕੀਜੈ। ਗੁਰੂ ਦੇ ਨਾਲ ਪ੍ਰੇਮ ਹੋਵੇ ਤੇ ਇਸ ਤਰ੍ਹਾਂ ਇਹ ਥੋੜ੍ਹਾ ਦੁਨੀਆ ਦੇ ਛੋਟੇ ਛੋਟੇ ਲਾਲਚ ਦੇ ਕੇ ਜਿਹੜਾ ਭੜਕ ਜਾਂਦਾ ਹੈ, ਉਹਦਾ ਕਿਸੇ ਨਾਲ ਵੀ ਪ੍ਰੇਮ ਨਹੀਂ ਹੋ ਸਕਦਾ। ਜੇ ਅੱਜ ਲਾਲਚ ਦੇ ਕੇ ਹੋਰ ਕਿਸੇ ਨੇ ਜੋੜ ਲਿਆ ਹੈ ਤੇ ਕੱਲ੍ਹ ਨੂੰ ਲਾਲਚ ਦੇ ਕੇ ਉਹਨੂੰ ਹੋਰ ਵੀ ਕੋਈ ਜੋੜ ਸਕਦਾ ਹੈ। ਉਹਨਾਂ ਦੇ ਮਨ ਦੇ ਵਿੱਚ ਕਦੇ ਸ਼ਰਧਾ, ਵਿਸ਼ਵਾਸ, ਭਾਵਨਾ ਪੈਦਾ ਹੀ ਨਹੀਂ ਹੋ ਸਕਦਾ। ਉਹ ਫਿਰ ਵਪਾਰੀ ਹੋਏ, ਉਹ ਸਿੱਖ ਥੋੜ੍ਹਾ ਹੋਏ। ਉਹ ਕਿਸੇ ਦੇ ਨਾਲ ਚਰਨਾਂ ਨਾਲ ਜੁੜ ਕੇ ਵੀ ਆਨੰਦ ਨਹੀਂ ਪ੍ਰਾਪਤ ਕਰ ਸਕਦੇ। ਇੱਕ ਦੇ ਚਰਨਾਂ ਦੇ ਨਾਲ ਜੁੜਿਆ ਹੀ ਆਨੰਦ ਹੈ, ਸੁੱਖ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ। ਕਹਿਣ ਲੱਗੇ, ਉਸ ਵੇਲੇ ਜਿਨ ਕੈ ਹਿਰਦੈ ਬਸੇ ਪ੍ਰਭ ਨਿਸ ਦਿਨ, ਕਿਆ ਮਹਿਮਾ ਤਿਨ ਕਹੋਂ ਬਣਾਏ। ਜਿਹੜੇ ਇੱਕ ਦੇ ਹੋ ਗਏ ਹਿਰਦੇ ਦੇ ਵਿੱਚ ਹੈ,
ਉਹਨਾਂ ਦੀ ਕੀ ਸਿਫਤ ਕਰੀਏ, ਕੀ ਵਡਿਆਈ ਕਰਾਂ, ਉਹਨਾਂ ਦੀ ਵਡਿਆਈ ਹੋ ਹੀ ਨਹੀਂ ਸਕਦੀ। ਜਿਹੜੇ ਇੱਕ ਦੇ ਹੋ ਗਏ ਹਨ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਦੇ ਹੋਈਏ, ਇੱਕ ਦੇ ਨਾਲ ਜੁੜੀਏ ਤਾਂ ਜੀਵਨ ਸਫਲ ਹੋਏਗਾ। ਜਿਹੜੇ ਇੱਕ ਦੇ ਹੋ ਗਏ ਉਹਨਾਂ ਨੇ ਆਨੰਦ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤ ਦਾ ਸ਼ੁਕਰਾਨਾ, ਧੰਨਵਾਦ। ਅਗਲੇ ਦੀ ਕਥਾ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਓ ਸਿਮਰਨ ਦੇ ਵਿੱਚ ਸਾਰੀ ਸੰਗਤ ਸਰਬੱਤ ਦੇ ਭਲੇ ਵਾਸਤੇ, ਸਰਬੱਤ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀਆਂ ਵਾਸਤੇ ਭਾਵਨਾ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।